ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ, ਆਵਾਜ਼ ਸਾफ सुन रही है गुरुमुखो? ਹਾਂਜੀ ਵਾਹਿਗੁਰੂ ਜੀ, ਆਵਾਜ਼ ਆ ਰਹੀ ਹੈ। ਤੇ ਗੁਰਮੁਖੋ ਇਸ ਤਰੀਕੇ ਨਾਲ ਸਾਨੂੰ ਅਕਾਲ ਪੁਰਖ ਪਰਮਾਤਮਾ ਨੂੰ ਬਾਰੰਬਾਰ ਆਵਾਜ਼ਾਂ ਮਾਰਨੀਆਂ ਹੈ, ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ। ਵਾਹਿਗੁਰੂ ਮਾਲਿਕ ਤਾਂ ਸਾਨੂੰ ਨਿਰੰਤਰ ਹੀ ਆਵਾਜ਼ ਲਗਾਈ ਜਾਂਦੇ, ਆਪਾਂ ਨੇ ਤਾਂ ਹੁਣ ਆਵਾਜ਼ ਲਗਾਣੀ ਸ਼ੁਰੂ ਕਰੀ ਹੈ। ਜੋ ਨਾਮ, ਜੋ ਅਨਹਦ ਬਾਣੀ, ਜੋ ਸਹਿਜ ਧੁਨ ਸਾਡੇ ਕੰਨਾਂ ਦੇ ਵਿੱਚ ਚੱਲ ਰਹੀ ਹੈ, ਜਾਂ ਮਾਲਿਕ ਨੇ ਸਾਨੂੰ ਨਿਰੰਤਰ ਲਗਾਤਾਰ ਇੱਕ ਆਵਾਜ਼ ਲਗਾਈ ਹੈ। ਪਰ ਵਾਹਿਗੁਰੂ ਆਪਾਂ ਬੇਪਰਵਾਹ ਹੋ ਕਰਕੇ ਇਸ ਕਾਲ ਦੇ ਬੰਧਨਾਂ ਦੇ ਵਿੱਚ ਇਸ ਤਰੀਕੇ ਤੇ ਬੰਧ ਗਏ ਕਿ ਆਪਾਂ ਮਾਲਿਕ ਦੀ ਮੁਖ ਦੀ ਆਵਾਜ਼ ਨੂੰ ਸੁਣ ਨਹੀਂ ਪਾਉਂਦੇ। ਔਰ ਜੋ ਮਾਲਿਕ ਦੀ ਬਾਣੀ ਥੀ, ਅੰਮ੍ਰਿਤ ਬਾਣੀ, ਉਹ ਸਾਨੇ ਵਿਸਾਰ ਦੀ, ਜਿਹਦੇ ਕਰਕੇ ਕਿ ਖੁਆਰ ਹੋ ਗਏ, ਕਾਲ ਦੇ ਬੰਧਨ ਦੇ ਵਿੱਚ ਪੈ ਗਏ। ਹੁਣ ਥਾਂ ਤੋਂ ਆਪਾਂ ਮੱਥਾ ਮਾਰਦੇ ਫਿਰਦੇ ਹਾਂ। ਇਤਨਾ ਲੰਬਾ ਸਮਾਂ ਹੋ ਗਿਆ, ਅੱਜ ਦਾ ਸਮਾਂ ਨਹੀਂ ਹੈਗਾ, 3 ਯੁੱਗ ਪਿਛਲੇ ਚੌਥਾ ਆ, ਜਿਹਦੇ ਵਿੱਚ ਕਿ ਆਪਾਂ ਥਾਂ ਤੋਂ ਜਾ ਕੇ ਦ੍ਰਿਸ਼ਟਮਾਨ ਦੇ ਵਿੱਚ ਥਾਂ ਤੋਂ ਜਾ ਕੇ ਅਕਾਲ ਪੁਰਖ ਪਰਮਾਤਮਾ ਨੂੰ ਲੱਭਦੇ ਰਹੇ। ਲੇਕਿਨ ਹੁਣ ਆਪਣੇ ਭਾਗ ਬਹੁਤ ਹੀ ਉੱਚੇ ਹੋ ਗਏ, ਜੋ ਕਿ ਆਪਾਂ ਨੂੰ ਸੰਪੂਰਨ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਮਿਲ ਗਈ। ਜਿਸ ਤਰੀਕੇ ਤੇ ਨਿਰੰਤਰ ਅਕਾਲ ਪੁਰਖ ਪਰਮਾਤਮਾ ਆਪਾਂ ਨੂੰ ਆਵਾਜ਼ ਲਗਾਣੇ, ਹੁਣ ਆਪਾਂ ਨੇ ਵੀ ਅਕਾਲ ਪੁਰਖ ਪਰਮਾਤਮਾ ਨੂੰ ਮਨਾਉਣ ਦੇ ਲਈ, ਆਪਣੀਆਂ ਗਲਤੀਆਂ ਦੀ ਮਾਫੀ ਮੰਗਣ ਦੇ ਲਈ, ਆਪਣੇ ਘਰ ਵਾਪਸ ਮੁੜਨ ਦੇ ਲਈ, ਇਹਨਾਂ ਪੰਜਾਂ ਤੋਂ ਆਪਣਾ ਖੇੜਾ ਛਡਾਉਣ ਦੇ ਲਈ ਨਿਰੰਤਰ ਅਕਾਲ ਪੁਰਖ ਪਰਮਾਤਮਾ ਨੂੰ ਆਵਾਜ਼ਾਂ ਮਾਰਨੀਆਂ ਹੈ। ਮਾਲਿਕ ਦੇ ਦਰ ਦੇ ਵਾਹਿਗੁਰੂ ਆਪਾਂ ਨੇ ਕੁੱਤੇ ਬਣਨਾ ਹੈ, ਕਿਉਂਕਿ ਆਪਾਂ ਮਾਲਿਕ ਦੇ ਬੱਚੇ, ਬਹੁਤ ਹੀ ਪਿਆਰੇ ਬੱਚੇ, ਜੋ ਮਾਲਿਕ ਨੇ ਸਾਜ ਨਿਵਾਜ ਕੇ ਸੰਸਾਰ ਦੇ ਵਿੱਚ ਭੇਜੇ, ਸਾਰੀਆਂ ਸੁੱਖ ਸਹੂਲਤਾਂ ਦੀਆਂ, ਸਾਰਾ ਕੁਝ ਦਿਆ, ਲੇਕਿਨ ਫੇਰ ਵੀ ਆਪਾਂ ਸਭ ਨੂੰ ਯਾਦ ਕਰਦੇ ਰਹਿੰਦੇ, ਇੱਕ ਮਾਲਿਕ ਨੂੰ ਛੁੱਟ ਕੇ। ਸਾਰਾ ਕੁਝ ਯਾਦ ਹੈ ਆਪਾਂ ਨੂੰ, ਪ੍ਰੋਪਰਟੀ ਯਾਦ ਹੈ, ਬਿਜ਼ਨਸ ਯਾਦ ਹੈ, ਘਰ ਪਰਿਵਾਰ ਯਾਦ ਹੈ, सब कुछ याद है, खाना याद है, गुरबाणी गुरु च लिखा भी है, खाना भी याद है, पीना याद है, सोना याद है, सारे काम काज याद है, मरना भूल गए। सब कुछ याद है, लेकिन एक याद नहीं है, ते वो है सिर्फ और सिर्फ मालिक। जो कलयुग ਦੇ ਸਮੇਂ ਦੇ ਵਿੱਚ ਮਨ ਬੱਚਾ ਦੀ ਵਰਤੀ ਹੋਈ ਹੈ, ਜਿਨ੍ਹਾਂ ਦੀ ਸੋਝੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਹੇ हैं। ਕਿ ਵੀ ਸਭ ਕੁਝ ਹੀ ਤੈਨੂੰ ਬੜੇ ਅੱਛੇ ਨਾਲ ਦ੍ਰਿੜ ਹੋਇਆ ਹੈ, ਤੇਰੇ ਹਿਰਦੇ 'ਚ ਸਾਰੀਆਂ ਚੀਜ਼ਾਂ ਉਤਰੀਆਂ ਹੋਈਆਂ ਹੈ। ਇੱਕ ਨੂੰ ਛੱਡ ਕੇ ਜਿੰਨੇ ਸਾਰੀਆਂ ਦਾਤਾਂ ਦੀਆਂ ਤੈਨੇ ਉਹਨੂੰ ਵਿਸਾਰ ਦਿਆ, ਔਰ ਜੋ ਦਾਤਾ ਹੈ ਉਹਨਾਂ ਨੂੰ ਤੈਨੇ ਆਪਣੇ ਹਿਰਦੇ 'ਚ ਪਰੋ ਲਿਆ, ਜਿਹਦੇ ਕਾਰਨ ਕਿ ਤੂੰ ਅਥਾ ਦੁਖੀ ਹੈ। ਔਰ ਤੈਨੂੰ ਉਨ ਪੰਜਾਂ ਨੇ ਬੰਧਨ ਪਾ ਲਈਏ, ਜਿਸ ਕਰਕੇ ਕਿ ਤੂੰ ਆਪਣੇ ਘਰ ਵਾਪਸ ਨਹੀਂ ਮੁੜ ਪਾਉਂਦਾ। ਤੇ ਹੁਣ ਆਪਾਂ ਨੂੰ ਗੁਰਬਾਣੀ ਗੁਰੂ ਸੋਝੀ ਦੇਣੇ, ਕਹਿੰਦੇ ਵੀ ਤੂੰ ਵੀ ਮਾਲਿਕ ਨੂੰ ਨਿਰੰਤਰ ਆਵਾਜ਼ਾਂ ਮਾਰ, ਆਪਣੀਆਂ ਗਲਤੀਆਂ ਦੀ ਮਾਫੀ ਮੰਗ, ਨਿਰੰਤਰ ਉਹਨੂੰ ਸਿੱਧੀ ਆਵਾਜ਼ ਮਾਰ, ਕਿਉਂਕਿ ਉਹ ਕਿਤੇ ਦੂਰ ਨਹੀਂ ਹੈ, ਤੇਰੇ ਆਪ ਦੇ ਵਿੱਚ ਹੀ ਬੈਠਾ ਹੈ। ਦੂਰੀ ਬਣ ਗਈ ਤਾਂ ਤੇਰੀ ਔਰ ਉਹਦੀ ਦੂਰੀ ਬਣ ਗਈ ਸਿਰਫ ਔਰ ਸਿਰਫ ਵਿਚਾਰਾਂ ਦੀ। ਜਿਵੇਂ ਗੁਰਬਾਣੀ ਗੁਰੂ ਦੇ ਵਿੱਚ ਸੋਝੀ ਦੀ, ਵਿਚਾਰ ਮਾਰੈ ਤਰੈ ਤਾਰੈ ਉਲਟ ਜੋ ਨਹੀਂ ਆਵੇ। ਕਹਿੰਦੇ ਜੋ ਹੈ ਤੈਨੂੰ ਵਿਚਾਰਾਂ ਦੀ ਇੱਕ ਬੰਧਨ ਪੜੇ ਹੋਏ ਆ, ਵਿਚਾਰਾਂ ਦੀ ਮੈਲ ਲੱਗੀ ਹੋਈ ਹੈ, ਮਾਲਿਕ ਨੂੰ ਸਿੱਧੀ ਆਵਾਜ਼ ਮਾਰ, ਇਤਨੇ ਪ੍ਰੇਮ ਦੇ ਨਾਲ ਆਵਾਜ਼ ਮਾਰ। ਜਾਂ ਨਾ ਸੋਚੇ ਕਿ ਮੈਂ ਵਿਧੀਆਂ ਜੁਗਤੀਆਂ ਤੋਂ ਤਰ ਜਾਊਂਗਾ, ਜਾਂ ਫਿਰ मैंने कुछ करना है, मैं ਇਹ ਕਰੂੰਗਾ ਤਾਂ ਮੇਰਾ ਭਲਾ ਹੋ ਜਾਊਗਾ, ਮੈਂ ਇਹ ਕਰੂੰਗਾ ਤਾਂ ਤਰ ਜਾਊਂਗਾ, ਇਹ ਕਰੂੰਗਾ ਤਾਂ ਅੰਮ੍ਰਿਤ ਰਸ ਮਿਲ ਜਾਊਗਾ, ਇਹ ਕਰੂੰਗਾ ਤਾਂ ਨਾਮ ਮਿਲ ਜਾਊਗਾ।
ਉਹ ਕਰੇ ਤੂੰ ਮਾਲਿਕ ਨੂੰ ਮਿੰਨਤ ਜੋਦੜੀਆਂ ਕਰ, ਆਵਾਜ਼ਾਂ ਮਾਰੀ ਜਾ ਜਬ ਤੱਕ ਕਿ ਉਹ ਕਪਾਟ ਨਾ ਖੋਲ ਦੇਵੇ। ਉਹਨੂੰ ਆਵਾਜ਼ਾਂ ਮਾਰੀ ਜਾ ਉਹਦੇ ਦਰ ਤੋਂ ਬੈਠ ਕੇ। ਇਸ ਤਰੀਕੇ ਦੀ ਆਪਾਂ ਨੇ ਮਾਲਿਕ ਨੂੰ ਆਵਾਜ਼ ਮਾਰਨੀ ਹੁੰਦੀ ਹੈ ਨਿਰੰਤਰ, ਕਿ जितना भी नीवा होया जा सकता है साड़ी सुरत ने इतना नीवी हो जाता है कि कपाट खोल दे। बहुत गलतियां हो गई, हुन साने काल दे एरिए च नहीं रहना, साने घर वापस आना है। जो भी मिन्नत जोदनियां करनियां हैं बारंबार सुरत आवाज लगाई जावे, आवाज ही लगाई जावे। जिवें कि एक सौखे तरीके दे नाल आपां उदाहरण लेने हैं, सरल तरीका है जिहदे नाल आपां नूं जो भाव है उस भाव का पता लग जाऊगा कि कौन सा भाव होना चाहिए मालिक दे लई अंदर। गुरमुखो, जैसे कि दुनिया दे विच जिन्हां दे नाल आपां ने रिश्ते बना रखे हैं, जो एक अदृष्टमान मालिक दा खेल साजा होया है, इहदे विच आपां बड़े प्यार करने एक दूजे नूं। वैसे इहनूं प्रेम नहीं कहंदे, इहनूं प्यार नहीं कहंदे, आ तां मोह दी फंदी है। मोह दा एक ऐसा बंधन पिया होया है ਜਿਹਦੇ ਕਰਕੇ ਕਿ ਅਸੀਂ ਸਪੈਸ਼ਲੀ ਮਾਲਿਕ ਤੋਂ ਦੂਰ ਹੋਏ ਹੋਏ ਹਾਂ। ਇਹ ਬੰਧਨਾਂ ਨੇ ਸਾਨੂੰ ਐਸੇ ਬੰਧ ਲਿਆ ਕਿ ਸਾਨੂੰ ਅਸੀਂ ਮਾਲਿਕ ਨੂੰ ਯਾਦ ਵੀ ਕਰੇ ਤੇ ਇਹਨਾਂ ਦੇ ਕਰਕੇ ਯਾਦ ਕਰਨੇ ਹੈ ਕਿ ਇਹਨਾਂ ਨੂੰ ਕੁਛ ਨਾ ਹੋ ਜਾਵੇ, ਮਾਲਿਕ ਸੰਭਾਲ ਕੇ ਰੱਖੀ, ਹੈ ਨਾ। तो कहने ਜਿਵੇਂ ਕਿ ਲਾ ਲਓ ਉਦਾਹਰਣ ਕਿ ਕੋਈ ਬਹੁਤ ਹੀ ਪਿਆਰਾ ਹੈ, ਉਦਾਹਰਣ ਦੇ ਲਈ ਬਹੁਤ ਹੀ ਜਿਹਨੂੰ ਦ੍ਰਿਸ਼ਟਵਾਨ ਦੇ ਵਿੱਚ ਮੋਹ ਲਗਾਓ, ਪ੍ਰੇਮ ਕਰਦੇ ਆਪਾਂ, ਕਿੰਨੇ ਉਹਦੀ ਡੈਥ ਹੋ ਜਾਂਦੀ ਹੈ। ਉਦਾਹਰਣ ਦੇ ਲਈ ਵੀ ਤੁਹਾਨੂੰ ਪਤਾ ਲੱਗਾ ਕਿ ਵੀ ਉਹਦੀ ਡੈਥ ਹੋ ਗਈ, ਠੀਕ ਹੈ, ਤੇ ਵਾਹਿਗੁਰੂ ਡੈਥ ਤੇ ਭਾਵ ਕੀ ਹੁੰਦਾ ਕਿ ਉਹ ਤੁਹਾਡੇ ਨਾਲ ਵਿਛੜ ਗਿਆ, ਮਰਾ ਨਹੀਂ ਉਹ, क्योंकि मंतक दी मरदा नहीं वो ताजा रो रहा मारे, उन्हें कपड़ा दूसरा दे दिया जाऊगा। लेकिन अथे कौन सी विधि वरती कि वो थवाड़े नाल बिछड़ गया। जब वो थवाड़े नाल बिछड़ गया ते साने उहदे लई की करना, वैराग करना। वैराग ਉਹ ਵੈਰਾਗ ਸਾਨੇ ਕਰਨਾ ਨਹੀਂ ਹੁੰਦਾ, ਉਹ ਵੈਰਾਗ ਤਾਂ ਆਪ ਹੀ ਆਈ ਜਾਊਗਾ, ਆਪ ਹੀ ਆਈ ਜਾਊਗਾ, ਚਾਹੇ ਭਾਵੇਂ ਕੋਈ ਚੁੱਪ ਕਰੀ ਜਾਵੇ, ਲੇਕਿਨ ਅਸੀਂ ਤਾਂ ਰੋਏ ਜਾएंगे, रोए जाएंगे, रोए जाएंगे। रोने से भाव है, विराग तो भाव है कि अंदर तो विछोड़े का दुख इतना हो जाऊगा कि सहा नहीं जाना। और जबकि सानू पता है कि यह चला गया, फिर भी असी उन्होंने बार बार उच्ची उच्ची करके आवाजा मार के कहने भी बोल पढ़ किथे चला गया, बोल पढ़, एक बारी बोल, वापस आ जा, मैनू साथ ले चल, तू किथे चला गया। इस तरीके के दृष्टमान दे विच देखने आपां रोई जाने, रोई जाने, रोई जाने, और इतना रोने हैं, इतना ज्यादा तड़फ हो जाती है, इतना वैराग हो जाता है कि आप दे अपने तन ते मन दी सुध ही विसर जाती है। नहीं, मैनू तो वो ही चाहिए, वापस ला दो, वापस ला दो, मैनू वो ही चाहिए, मैनू कुछ नहीं चाहिए। बाकी सारे भी उन्होंने और भी कोई समझाई जावे ते उन्हें नहीं समझना, और उस टाइम उन्होंने लोक लज्जा भी नहीं होंदी। उन्हें कोई नहीं पता कि मेरे कपड़े कैसे हो रहे हैं, मैं किथे बैठा, कौन कौन मैनू देख रहा है, मैं कैसे रो रहा हाँ, मैं क्यों रो रहा हाँ, मैं उच्ची रो रहा हाँ, मैं धीरे रो रहा। नहीं, वो तो रो ही जाता क्योंकि उन्हें दुख हो गया, विछोड़े का दुख हो गया। ते वाहिगुरु जिथे दुख हो गया उत्थे लोक लज्जा नहीं हुंदी, जिथे विछोड़े का दुख है उत्थे लोक लज्जा नहीं, जिथे तड़फ है उत्थे लोक लज्जा नहीं। ਆਪਾਂ ਇੱਕ ਲਿਮਿਟ ਦੇ ਵਿੱਚ ਰਹਿ ਕੇ ਸਿਮਰਨ ਕरें ਤੇ ਉਹ ਤਾਂ ਲੋਕ ਲੱਜਾ ਹੋ ਗਈ। ਅਸੀਂ ਵਾਹਿਗੁਰੂ ਗਹਿਰਾਈ ਨੂੰ ਪਕੜੋ, ਅਸੀਂ ਵਿਛੜ ਗਏ ਮਾਲਿਕ ਦੇ ਸਾਥ, ਸਾਨੂੰ ਉਸਦੇ ਮਿਲਣ ਦੇ ਲਈ ਆਵਾਜ਼ਾਂ ਮਾਰ ਰਹੀਆਂ ਕਿ ਸਾਨੂੰ ਦੇ ਤੇ ਮਿਲਣਾ ਹੈ, ਮਾਫ ਕਰ ਦੇ, ਘਰ ਆਣਾ ਚਾਹਨੇ ਹੈ, ਕਰ ਦੇ, ਕਿਰਪਾ ਕਰ ਦੇ। ਉਹ ਆਵਾਜ਼ਾਂ ਲਗਾਉਂਦੇ ਸੁਰਤ ਇਤਨੀ ਜ਼ਿਆਦਾ ਤਨ ਤੇ ਮਨ ਨੂੰ ਵਿਸਾਰ ਦੇਵੇ, ਐਸੀ ਅਵਸਥਾ ਚਲੀ ਜਾਵੇ। ऐसा प्रेम मालिक ਨੂੰ करना है। उदाहरण ਦੇ ਲਈ ਆਪਾਂ ਨੇ या इसी तरीका लिया है। ਆਪਾਂ ਨੂੰ ਵੀ देखो गुरमुखा ਦੇ ਰਾਹੀਂ दृढ़ कराया जाता है कि पहले तुसी उच्ची सिमरन करो, ठीक है जी।
ਉੱਚੀ ਸਿਮਰਨ ਕਰਦੇ ਕਰਦੇ ਕਰੀ ਜਾਂਦੇ। ਇੱਕ ਦ੍ਰਿਸ਼ਟਮਾਨ ਦੇ ਵਿੱਚ ਦੇਖੋ, ਕੋਈ ਰੋਈ ਜਾਂਦਾ, ਕੋਈ ਕੋਈ ਕਹਿੰਦਾ ਜੀ ਕਿਸੇ ਨੂੰ ਉੱਚੇ ਰੋਣਾ ਨਹੀਂ ਆਉਂਦਾ, ਕੋਈ ਧੀਰੇ ਧੀਰੇ ਰੋਂਦਾ। ਲੇਕਿਨ ਵਾਹਿਗੁਰੂ ਅਵਸਥਾ ਉਹਦੇ ਮਨ ਦੀ ਵੀ ਵਿਛੋੜੇ ਦੇ ਦੁੱਖ ਦੀ ਹੀ ਹੁੰਦੀ ਹੈ, ਭਾਵੇਂ ਉਹ ਉੱਚੀ ਨਾ ਰੋ ਰਿਹਾ ਹੋ, ਲੇਕਿਨ ਉਹਦੀ ਜੋ ਮਨ ਦੀ ਵਰਤੀ ਹੈ ਨਾ, ਉਹ ਅੰਦਰ ਦੇ ਦੁੱਖ ਨੂੰ ਉਹਦੇ ਆंसू ਚਲਦੇ ਰਹਿੰਦੇ। वो ऐसे अंदर तो रोंदा रहंदा, बैठा बैठा चुप चुप भी कई लोग रोंदे रहने अंदर तो ਰੋਂਦੇ ਰੋਂਦੇ ਬੇਹੋਸ਼ ਵੀ ਹੋ ਜਾਂਦੇ। ਕਹਿਣ ਤੋਂ ਭਾਵ ਹੈ ਕਿ ਸਰੀਰ ਤੋਂ ਆਪਾਂ ਕਹਿੰਦੇ ਜੀ ਇਹ ਬੇਹੋਸ਼ ਹੋ ਗਿਆ, ਪਾਣੀ ਲਾਓ, ਛਿੱਟੇ ਮਾਰੋ ਇਹਦੇ ਬੁੱਕਤੇ, ਹੈ ਨਾ। ਤੇ ਉਹ ਰੋਂਦੇ ਰੋਂਦੇ ਨਾ ਆਪਣੇ ਸਵਾਸ ਦੇ ਰਾਹੀਂ ਵੱਖ ਹੋ ਜਾਂਦਾ ਹੈ, ਕੌੜ ਤੇ ਵੱਖ ਹੋ ਜਾਂਦਾ ਹੈ ਮਨ। ਤੇ ਆਪਾਂ ਉਹਦੇ ਪਾਣੀ ਡਾਲਦੇ, ਅੱਖਾਂ पे पानी डालਦੇ, ऐसे मुख ਦੇ ਵਿੱਚ ਪਾਣੀ ਡਾਲਦੇ, ਫਿਰ ਵਾਪਸ ਆਉਂਦਾ। ਉਹ ਵਿਧੀ ਕੀ ਹੁੰਦੀ ਹੈ, ਉਹ ਸਰੀਰ ਨੂੰ ਛੁੱਟ ਕੇ ਨਿਕਲ ਜਾਂਦਾ। कैसे ਨਿਕਲਦਾ ਉਹ? ਕਿਉਂਕਿ ਉਹ ਜੋ ਚਲਾ ਗਿਆ, ਉਹਦੇ ਵਿਰਾਗ ਦੇ ਵਿੱਚ, ਉਹਦੀ ਤੜਫ ਦੇ ਵਿੱਚ ਇੰਨਾ ਜ਼ਿਆਦਾ ਮਤਲਬ ਅੰਦਰ ਤੇ ਇਤਨਾ ਦੁਖੀ ਹੋ ਜਾਂਦਾ ਹੈ ਕਿ ਆਪਣੇ ਆਪ ਨੂੰ ਹੀ ਭੁੱਲ ਜਾਂਦਾ ਹੈ। ਉਹਨੂੰ ਕੁਛ ਨਹੀਂ ਯਾਦ ਰਹਿੰਦਾ, ਉਹਨੂੰ ਦੁਨੀਆ ਦਾ ਕੋਈ ਵਿਚਾਰ ਨਹੀਂ ਹੁੰਦਾ ਉਸ ਟਾਈਮ, ਉਹਨੂੰ ਲੋਕ ਲੱਜਾ ਵੀ ਨਹੀਂ ਹੁੰਦੀ, ਉਹਨੂੰ ਕਿਸੇ ਦਾ ਭੈ ਵੀ ਨਹੀਂ ਹੁੰਦਾ। ਉਹਨੂੰ ਭਾਵੇਂ ਸਾਰੀ ਪ੍ਰਾਪਰਟੀ ਉਹਦੀ ਲੈ ਲਓ, ਕੁਛ ਵੀ। ਇੱਕ ਉਦਾਹਰਣ ਦੇਣੇ, ਉਹ ਕਹਿੰਦਾ ਮੇਰਾ ਸਾਰਾ ਕੁਛ ਲੈ ਲਓ, ਬਸ ਉਤੇ ਮਿਲਾ ਦੋ। जो सबसे ज्यादा प्यारा चला गया, मैनू सिर्फ वही चाहिए, वही चाहिए। कहने भी नहीं मिल सकता, तो मैंने बोले उहदे पास जाना है, मैंने नहीं रहना थे, है ना। इस तरीके दे मालिक नू तड़फ दे साथ, वराग दे साथ एक लिमिट च रह के याद नहीं करना। वाहिगुरु प्रेम दी कोई लिमिट नहीं है, प्रेम नू बंधा नहीं जा सकता, प्रेम नू किसी दायरे दे विच नहीं लाया जा सकता, प्रेम नू तो परिभाषित नहीं करा जा सकता, प्रेम की परिभाषा नहीं कोई दे सकता। मालिक का जो भाव है वो प्रेम है। मालिक ने जो खेल शुरू करा था वो सिर्फ और सिर्फ प्रेम दे ऊपर खेल तैयार करा था, प्रेम दे लई। मालिक आप एक आत्मा ते परमात्मा का रिश्ता बनाया। आत्मा नार है, अकाल पुरख परमात्मा की घरवाली है। अकाल पुरख परमात्मा कंत, कंत बोला गया गुरबाणी गुरु दे विच, सज्जन बोला गया है। तो प्रेम दा ही खेल मालिक ने रचाया था, प्रेम दा। आप अकाल दे दायरे दे विच आके ਇਹਦੇ ਬੰਧਨਾਂ ਚ ਇਵੇਂ ਪੈ ਗਏ ਕਿ ਆਪਾਂ ਇੱਥੇ ਮੋਹ ਕਰ ਬੈਠੇ, ਪ੍ਰੇਮ ਨੂੰ ਮੋਹ ਦੇ ਵਿੱਚ ਕਨਵਰਟ ਕਰ ਦਿਆ ਆਪਾਂ ਨੇ। ਆਪਾਂ ਜੋ ਮੋਹ ਕਰਦੇ ਉਹਨੂੰ ਪ੍ਰੇਮ ਮੰਨ ਬੈਠੇ, ਜਦਕਿ ਉਹ ਪ੍ਰੇਮ ਨਹੀਂ ਹੈਗਾ, ਉਹ ਮੋਹ ਹੈ। ਪ੍ਰੇਮ ਦੀ ਤਾਂ ਕੋਈ ਸੀਮਾ ਹੀ ਨਹੀਂ ਹੈਗੀ, ਪ੍ਰੇਮ ਦੇ ਵਿੱਚ ਬੰਧਨ ਹੀ ਨਹੀਂ ਹੈਗੇ। ਪ੍ਰੇਮ ਦੇ ਵਿੱਚ, ਪ੍ਰੇਮ ਦੀ ਕੋਈ ਉਹ ਨਹੀਂ ਹੈ ਕਿ ਜਿਵੇਂ ਕਿ ਆਪਾਂ ਨੂੰ ਨੋਰਮਲੀ ਸਾਰਿਆਂ ਨੂੰ ਪਤਾ ਹੈ ਕਿ ਜਿਹਨੂੰ ਜੀ ਤੇ ਪ੍ਰੇਮ ਹੁੰਦਾ ਹੈ, ਹੁੰਦਾ ਹੀ ਹੈ। ਭਾਵੇਂ ਉਹਨੂੰ ਅਗਰ ਆਪਾਂ ਕਹਵੇਂ ਕਿ ਵੀ ਚਲੋ ਮੈਂ ਇਹਨੂੰ ਛੱਡ ਦੇਣਾ, ਨਹੀਂ ਛੁੱਟ ਸਕਦੇ। ਕੋਈ ਆਪਣਾ ਬੱਚਾ ਹੈ, ਕੋਈ ਹੈ, ਕੋਈ ਫੈਮਿਲੀ ਮੈਂਬਰ ਹੈ, ਕੋਈ ਵੀ ਹੈ, ਕਹਿੰਦੇ ਵੀ ਮੈਨੂੰ ਇਹ ਤੇ ਕੁਦਰਤੀ, ਇੱਕ ਉਦਾਹਰਣ ਦੇਣੇ, ਮੈਨੂੰ ਕੁਦਰਤੀ ਲਗਾਵ ਹੈ ਤੇ, ਹੈ ਨਾ। ऐसे नॉर्मली उदाहरण दे देने। वो क्यों है? क्योंकि उस पे सारा जोर नहीं हैगा, ਉਹਨੂੰ ਖਤਮ ਕਰਨੇ ਤੇ ਵੀ ਸਾਡਾ ਜ਼ੋਰ ਨਹੀਂ ਹੈਗਾ। ਇਸ ਤਰੀਕੇ ਤੇ ਮਾਲਿਕ ਤੋਂ ਵੀ ਆਪਾਂ ਨੇ ਪ੍ਰੇਮ ਕਰਨਾ ਹੈ। ਪ੍ਰੇਮ ਗੁਰਬਾਣੀ ਗੁਰੂ ਦੇ ਵਿੱਚ ਬੋਲਾ ਗਿਆ, ਸਾਚ ਕਹੂੰ ਸੁਨ ਲੈਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਨਿਰੰਤਰ ਦਿਨ ਦੇ ਵਿੱਚ ਵੀ ਕੰਮ ਕਾਜ ਕਰਦੇ ਰਹੋ, ਬੇਨਤੀ ਅਰਦਾਸਾਂ ਕਰੀ ਜਾਓ। ਅਸੀਂ ਨਹੀਂ ਆ ਸਕਦੇ ਤੇਰੇ ਤੱਕ, ਤੂੰ ਲੈ ਕੇ ਜਾਏਗਾ ਤਾਂ ਆਏਂਗੇ, ਬਾਕੀ ਅਸੀਂ ਨਹੀਂ ਆ ਸਕਦੇ। ਸਾਡੀ ਅੰਦਰ ਇਤਨੀ ਸਮਰੱਥਾ ਨਹੀਂ ਹੈਗੀ ਕਿ ਅਸੀਂ ਤੇਰੇ ਤੱਕ ਆ ਸਕੇं, ਕਿਉਂਕਿ ਸਾਡੇ ਤਾਂ ਕਰਮ ਹੀ ਇਤਨੇ ਮਾੜੇ हैं, ਸਾਡੀ ਤਾਂ ਮਤ ਹੀ ਇਤਨੀ ਛੋਟੀ है। तू आप खुद ही देख ਅਸੀਂ कैसे तेरे नजदीक आ सकते, कैसे तेरे दर तो आ सकते। सन ते नहीं आया जाना, साड़ी तो मत बहुत छोटी हो गई, ते तू तो बहुत अपार है, गम है, बेअंत है, अथाह है, अनंत है। तेरे लिए तो यह कम बहुत सौखा है। संता के कारज आप खलोया। वो कहने हथ बंद मन के कर मिन्नत कर जोदड़ी, मोहि प्रभ मिलड़ का चाओ। बेनतियां करो नू कि मैनू उत्थे ते लै चल, मैंने नहीं रहना अब की बार, बख्श बंदे को बहुर ना भवजल फेरा। देखो भक्त जना ने, गुरु साहिबाना जी ने मालिक दे लिए कितना ज्यादा प्यार, कितना प्रेम, कितनी तड़फ, वराग गुरबाणी गुरु दे विच दसी।
ਆਪਾਂ ਨੇ ਵੀ ਤਾਂ ਉਹਨੂੰ ਗੁਰਬਾਣੀ ਗੁਰੂ ਨੂੰ ਆਪਣੇ ਉੱਪਰ ਲੈ ਲੈ ਕੇ ਮਾਲਿਕ ਤੋਂ ਆਪਣੇ ਜੋ ਮਾੜੇ ਕਰਮ, ਜੋ ਗਲਤੀਆਂ, ਜੋ ਵੀ ਹੋ ਗਿਆ, ਜੋ ਵਿਛੋੜਾ ਜਿਨ੍ਹਾਂ ਦੇ ਕਾਰਨ ਹੋਇਆ ਉਹਨਾਂ ਨੂੰ ਗੁਰਬਾਣੀ ਗੁਰੂ ਦੇ ਰਾਹੀਂ ਬਾਰ-ਬਾਰ ਮਾਲਿਕ ਨੂੰ ਮਨਾਣਾ ਹੈ। ਗੁਰਬਾਣੀ ਗੁਰੂ ਸਾਨੂੰ ਗਾਈਡਲਾਈਨ ਕਰਦੀ ਹੈ, ਜਿਵੇਂ ਕਿ ਆਪਾਂ ਨੇ ਮਾਲਿਕ ਦੇ ਅੱਗੇ ਕੋਈ ਭਾਵ ਪ੍ਰਗਟ ਕਰਨਾ ਹੈ। ਗੁਰਬਾਣੀ ਗੁਰੂ ਤੁਹਾਡੀ ਅਵਸਥਾ ਦੀ ਗੁਰਬਾਣੀ ਗੁਰੂ ਲਓ ਆਪਣੀ, ਤੇ ਤੁਹਾਡਾ ਅਗਰ ਤੁਸੀਂ 10% ਬੋਲਣਾ ਚਾਹ ਰਹੇ ਹੋ ਤੇ ਗੁਰਬਾਣੀ ਗੁਰੂ ਨੇ ਉਹਨੂੰ 100% ਕਨਵਰਟ ਕਰਕੇ ਮਾਲਿਕ ਦੇ ਅੱਗੇ ਪੇਸ਼ ਕਰ ਦੇਣਾ ਹੈ। ਤੁਸੀਂ ਆਪਣੇ ਆਪ ਨੂੰ ਨੀਵਾਂ ਬੋਲਣਾ ਚਾਹ ਰਹੇ ਹੋ ਨਾ, ਤਾਂ ਨੀਵੇਂ ਦੇ ਇਤਨਾ ਜ਼ਿਆਦਾ ਵਰਡ, ਇਤਨੇ ਜ਼ਿਆਦੀ ਅਵਸਥਾ ਥੱਲੇ 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 आपको कर तेरे दरबार वाहिगुरु तुम पाप खंडन ਕਹਿੰਦੇ ਅਸੀਂ ਪਾਪੀ ਹੈ ਮਾਲਿਕ, ਤੂੰ ਪਾਪ ਦਾ ਖੰਡਨ ਕਰਨੇ ਵਾਲਾ ਹੈ। ਮੈਂ ਨੀਚ ਹਾਂ, ਨੀਚਾ ਤੋਂ ਵੀ ਨੀਚ ਹਾਂ। ਉਹ ਕਹਿੰਦੇ ਗੁਰਬਾਣੀ ਜਪਜੀ ਸਾਹਿਬ ਜੀ ਦੇ ਵਿੱਚ ਕਹਿ ਗਿਆ, ਜਿਨੇ ਆਪਣੇ ਖਸਮ, ਗੁਰਬਾਣੀ ਦੇ ਵਿੱਚ ਆਤਮਾ ਦਾ ਪ੍ਰਮਾਤਮਾ ਦਾ ਜੋ ਰਿਸ਼ਤਾ ਹੈ ਉਹ ਘਰਵਾਲੀ ਘਰਵਾਲੇ ਦਾ ਹੈ। ਕਹਿੰਦੇ ਖਸਮ ਵਿਸਾਰੈ ਤੈ ਕਮਜਾਤ, ਕਹਿੰਦੇ ਮਾਲਿਕ ਮੈਨੇ ਤੈਨੂੰ ਵਿਸਾਰ ਦਿਆ, ਮੈਂ ਤਾਂ ਕਮਜਾਤ ਹਾਂ। ਮੈਂ ਮੇਰੇ ਤਾਂ ਕੋਈ ਕੁਝ ਹੈਗਾ ਹੀ ਨਹੀਂ, ਮੇਰੇ ਤੇ ਜ਼ਿਆਦਾ ਬੇਕਾਰ ਤਾਂ ਕੋਈ ਹੈ ਹੀ ਨਹੀਂ। ਸਾਰੇ ਸੰਸਾਰ ਦੇ ਵਿੱਚ ਮੇਰੇ ਤੇ ਘਟੀਆ ਕੋਈ ਨਹੀਂ ਹੈ। ਜੋ ਲੈਵਲ ਮੇਰਾ ਹੈ ਵਾਹਿਗੁਰੂ, ਮੇਰੇ ਤੇ ਸਾਰੇ ਹੀ ਅੱਛੇ हैं। पर मालिक तू मैनू बख्श दे, मैंने इस संसार च नहीं हुण रहना, मैंने घर आना है अपने पास। जब ਆਪਾਂ ਇਹੋ ਜੀ ਮੰਗ ਅਕਾਲ ਪੁਰਖ ਪਰਮਾਤਮਾ ਤੇ ਵਾਰ-ਵਾਰ ਵਾਹਿਗੁਰੂ ਗੁਰਮੰਤਰ ਦੇ ਰਾਹੀਂ ਕਰਾਂਗੇ, ਬਾਰੰਬਾਰ ਬਾਰ ਪ੍ਰਭ ਜਪੀਏ, ਇਹਨੇ ਬਾਰ ਮਾਲਿਕ ਨੂੰ ਆਵਾਜ਼ਾਂ ਮਾਰ ਮਾਰ ਕੇ ਜਬ ਤੱਕ ਆਵਾਜ਼ ਲਗਾਈ ਜਾਓ, ਜਬ ਤੱਕ ਕਿ ਉਹ ਉਹਦੀ ਆਵਾਜ਼ ਤੁਹਾਡੇ ਤੱਕ ਨਾ ਆ ਜਾਵੇ। ਜੋ आवाज साने विसार दी, ਹੁਣ ਸਾਨੇ ਉਸ आवाज तक पहुंचना है। वाहिगुरु गुरमंत्र ਨੂੰ जप के, बेनतियां कर के, अरदासा कर के उस आवाज तक पहुंचना है, उस दर तक पहुंचना है। क्योंकि अगर ਅਸੀਂ ਆਪਣੀ ਮਤ ਦੇ ਅਨੁਸਾਰ ਪਹੁੰਚਣਾ ਚਾਹਵੇਂ ਤੇ ਵਾਹਿਗੁਰੂ ਅਸੀਂ ਰਜੋ ਤੇ ਤਮੋ ਤੇ ਸਤੋ ਤੇ ਉੱਪਰ ਜਾ ਹੀ ਨਹੀਂ ਸਕਦੇ। ਇਹਨਾਂ ਤੋਂ ਹੀ ਵਪਾਰ ਕਰਦੇ रहेंगे, ਚੌਥੇ ਪੱਦੇ ਵਿੱਚ ਅਸੀਂ ਕभी ਪਹੁੰਚ ਹੀ ਨਹੀਂ ਸਕਦੇ। ਜਿਵੇਂ ਕਿ ਆਪਾਂ ਸੰਸਾਰ ਦੇ ਵਿੱਚ ਨਜ਼ਰ ਮਾਰ ਕੇ ਦੇਖੋ, ਕਿੰਨੇ ਆਡੰਬਰ, ਕਿਤਨੇ ਕਿਰਿਆਕਲਾਪ, ਕੋਈ ਕੁਛ ਕਰੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਕੋਈ ਕੇਸ बढ़ा ਲੈਂਦਾ, ਕੋਈ ਕਿਸੇ ਥਾਂ ਤੋਂ ਜਾ ਕੇ ਬਹਿ ਜਾਂਦਾ, ਕੋਈ ਧੁਨੀ ਰਮਾ ਲੈਂਦਾ, ਕੋਈ ਯੱਗ ਕਰੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਕੋਈ ਕੁਛ ਪਤਾ ਨਹੀਂ ਕਿਤੇ, ਕੋਈ ਵਰਤ ਕਰੀ ਜਾਂਦਾ, ਕੋਈ ਪੇੜ ਪੱਤਾ ਪੱਥਰਾਂ ਨੂੰ ਪੂਜੀ ਜਾਂਦਾ, ਪਤਾ ਨਹੀਂ ਕੀ ਕਰੀ ਜਾਂਦੇ। ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ कह रहे हैं कि तू मालिक तो केवल और केवल प्रेम कर, तू कुछ ना करे। सिर्फ और सिर्फ मालिक तो प्रेम करना सीख जा। अपने आप ਨੂੰ ਪ੍ਰੇਮ ਤੇ ਭਾਵ ਕੀ ਹੁੰਦਾ ਵਾਹਿਗੁਰੂ, ਆਪਣੇ ਆਪ ਨੂੰ ਉਹਦੇ ਅੱਗੇ ਨੌਛਾਵਰ, ਆਪਣੇ ਆਪ ਨੂੰ ਉਹਦੇ ਅੱਗੇ ਵਾਰ ਦੇਣਾ। ਜੋ ਵੀ ਹੋਊਗਾ ਅਸੀਂ ਕਹਿੰਦੇ ਜੀ ਮਾਲਿਕ ਦਾ ਸਿਮਰਨ ਤਾਂ ਕਰਦੇ, ਪਰ ਵਾਹਿਗੁਰੂ ਫੈਮਿਲੀ ਚ ਐ ਹੋਈ ਜਾਂਦਾ ਕਿ ਮੈਂ ਐ ਨਾ ਹੋ ਜਾਵੇ, ਕਦੀ ਐ ਨਾ ਹੋ ਜਾਵੇ, ਮੈਨੂੰ ਡਰ ਲੱਗਦਾ ਕਿ ਐ ਨਾ ਹੋ ਜਾਵੇ। ਉਹ ਕਹਿੰਦੇ ਤੈਨੂੰ ਡਰ ਲੱਗਦਾ ਇਹਦਾ ਮਤਲਬ ਤੇਰਾ ਕੋਈ ਰੋਲ ਹੈਗਾ। ਝਾਕੀ ਮਾਰ ਕੇ ਦੇਖੋ, ਮਿਲਣਾ ਕਿਹਨੂੰ ਚਾਹ ਰਿਹਾ ਹੈ, ਮਿਲਣਾ ਕਿਹਨੂੰ ਚਾਹ ਰਿਹਾ ਹੈ? ਪੂਰੀ ਦੁਨੀਆ ਦੇ ਮਾਲਿਕ ਨੂੰ ਮਿਲਣਾ ਚਾਹ ਰਿਹਾ ਹੈ, ਜੋ ਪੂਰੀ ਦੁਨੀਆ ਦਾ ਮਾਲਿਕ ਹੈ, ਜੋ ਇਕੱਲਾ ਆਪ ਹੈ, ਜੋ ਸਾਰੀਆਂ ਥਾਵਾਂ ਤੋਂ ਹਾਜ਼ਰ ਹੈ, ਜੋ ਹਰ ਜਗ੍ਹਾ ਖੇਲ ਰਿਹਾ ਹੈ, ਜੋ ਜर्रे जर्रे ਦੇ ਵਿੱਚ ਮੌਜੂਦ ਹੈ, ਜੋ ਰਮਈਆ ਹੈ, ਉਸ ਤੋਂ ਮਿਲਣਾ ਚਾਹ ਰਿਹਾ। ਫਿਰ ਫਿਕਰ ਤਾਂ ਤਰੇ ਗੁਣਾ ਦਾ ਹੈ। ਫਿਰ ਤਾਂ ਆਪਾਂ ਥੱਲੇ ਆ ਗਏ। ਉਹ ਕਹਿੰਦਾ ਇਹਦਾ ਮਤਲਬ ਮਾਲਿਕ ਤੋਂ ਭਰੋਸਾ ਨਹੀਂ ਹੈਗਾ। ਉਹ ਕਹਿੰਦੇ ਗੁਰਬਾਣੀ ਗੁਰੂ ਦੀ ਪਕੜ ਲਓ, ਉਹਨੂੰ ਪਕੜੋ ਗੁਰਬਾਣੀ ਨੂੰ। ਗੁਰਬਾਣੀ ਕੀ ਕਹਿ ਰਹੀ ਹੈ? ਗੁਰਬਾਣੀ ਗੁਰੂ ਸਾਨੂੰ ਹੁਕਮ ਕਰਦੇ ਹੈ, ਘਟ ਘਟ ਕੇ ਪਟ ਪਟ ਕੀ ਜਾਣੇ। ਕਹਿੰਦੇ ਤੂੰ ਕਿਉਂ ਤਰਕ ਵਿਤਰਕ, ਤੂੰ ਕਾਇਦੀ ਐਪਲੀਕੇਸ਼ਨਾਂ ਲਾਈ ਜਾਣਾ ਬਾਰ-ਬਾਰ। ਮੈਨੂੰ ਘਟ ਘਟ ਦੀ ਪਤਾ ਹੈ। ਜੋ ਤੇਰਾ ਪਰਿਵਾਰ ਹੈ ਉਹਦਾ ਵੀ ਲੇਖਾ ਜੋਖਾ ਹੈ, ਜੋ ਤੇਰਾ ਪਰਿਵਾਰ ਹੈ ਉਹ ਵੀ ਆਪਣਾ ਇੱਕ ਅਲੱਗ ਦੇ ਕਰਮ, ਅਲੱਗ ਦੇ, ਕਿਉਂਕਿ ਹਰ ਇੱਕ ਬੰਦੇ ਦੀ ਅਲੱਗ ਅਲੱਗ ਕਮਾਈ ਹੈ। ਪਾਰਕਿੰਗ ਚ ਲਾ ਕੇ ਲੱਭ ਲੋ। सब अपना अपना अलग अलग लेके आए हैं मालिक के घर। वाहिगुरु तो कहने तू क्यों जोर पाई जाना, तू सिर्फ और सिर्फ मालिक ਨੂੰ ਬੇਨਤੀਆਂ ਕਰ,
ਪਤਾ ਨਹੀਂ ਕਿੰਨਾ ਸਮੇਂ ਤੇਰੇ ਪਾਸ ਹੈ, ਪਤਾ ਨਹੀਂ ਕਦੋਂ ਉੱਧਰ ਤੇ ਚਲੇ ਜਾਣਾ ਹੈ। ਤੂੰ ਇੱਥੇ ਵਪਾਰ ਕਰਨੇ ਆਇਆ, ਤੂੰ ਧਰਮਸ਼ਾਲਾ ਦੇ ਵਿੱਚ ਆਇਆ ਹੋਇਆ ਹੈ। ਧਰਮਸ਼ਾਲਾ ਦੇ ਵਿੱਚ ਕੋਈ ਤੂੰ ਇੱਥੇ ਪਰਮਾਨੈਂਟਲੀ ਬਸੀ ਨਹੀਂ ਹੈ। ਜੋ ਤੂੰ ਆਪਣੀ ਇਤਨਾ ਲੈਵਲ ਬਣਾने ਦੇ ਚੱਕਰ 'ਚ ਲਗਾ ਪੜਾ ਹੈ। ਉਹਨੂੰ ਖੁਸ਼ ਕਰ ਦੇਵਾਂ, ਉਹਨੂੰ ਖੁਸ਼ ਕਰ ਦੇਵਾਂ, ਉਹਨੂੰ ਖੁਸ਼ ਕਰ ਦੇਵਾਂ, ਉਹਨੂੰ ਵੀ ਅੱਛਾ ਬੋਲਾ, ਉਹਦੇ ਸਾਥ ਵੀ ਐਸਾ ਕਰ ਦੇਵਾਂ। ਉਹ ਕਹਿੰਦੇ ਤੂੰ ਸਭ ਤੋਂ ਪਹਿਲਾਂ ਇੱਕ ਨੂੰ ਖੁਸ਼ ਕਰ। ਉਹ ਇੱਕ ਹੈ ਅਕਾਲ ਪੁਰਖ ਪਰਮਾਤਮਾ, ਅਜੂਨੀ ਸੈਭੰ ਜੋ ਜੂਨੀਆਂ ਤੋਂ ਰਹਿਤ ਹੈ, ਜਿਹਦਾ ਕੋਈ ਰੂਪ ਰੰਗ ਰੇਖ ਵੇਖ ਨਹੀਂ। ਰੂਪ ਨਾ ਰੰਗ ਨਾ ਰੇਖ ਵਿੱਚ ਤ੍ਰੈ ਗੁਣ ਤੇ ਪ੍ਰਭ ਭਿੰਨ। ਕਹਿੰਦੇ ਉਹਦੇ ਸਾਥ ਪ੍ਰੇਮ ਕਰ ਲੈ। ਜਿਸ ਦਿਨ ਤੂੰ ਉਹਦੇ ਸਾਥ ਪ੍ਰੇਮ ਕਰ ਲਿਆ ਤੈਨੇ, ਜਿਸ ਦਿਨ ਉਹਨੂੰ ਪ੍ਰੇਮ ਕਰਨੇ 'ਚ ਕਾਮਯਾਬ ਹੋ ਗਿਆ, ਤੂੰ ਪੂਰੇ ਸੰਸਾਰ ਨੂੰ ਪ੍ਰੇਮ ਕਰੇਗਾ। ਸਾਰੇ ਸੰਸਾਰ ਨੂੰ, ਇੱਕ 5-7 ਜਨਾਂ ਦੇ ਪਰਿਵਾਰ ਨੂੰ ਨਹੀਂ, ਆਲ ਵਰਲਡ ਨੂੰ ਤੂੰ ਪ੍ਰੇਮ ਕਰੇਗਾ। ਜੋ ਵੀ ਤੇਰੇ ਸਾਥ ਗੱਲਬਾਤ ਕਰੇ ਕਰੂਗਾ, ਸਭ ਨੂੰ ਇਹ ਮਹਿਸੂਸ ਹੋਇਆ ਕਰੂਗਾ ਵੀ ਮੇਰੇ ਤੋਂ ਵੱਧ ਪ੍ਰੇਮ ਕਰਦੇ ਹੈ। ਦੂਜੇ ਨੂੰ ਵੀ ਇਹ ਲੱਗੂਗਾ ਕਿ ਮੇਰੇ ਤੋਂ ਸਭ ਤੋਂ ਜ਼ਿਆਦਾ ਪ੍ਰੇਮ ਕਰਦੇ, ਤੀਜੇ ਨੂੰ ਵੀ ਆਈ ਲੱਗੂਗਾ। ਕਿਉਂ? ਕਿਉਂਕਿ ਤੇਰਾ ਵਿਵਹਾਰ ਸਮ ਹੋ ਜਾਊਗਾ, ਸਮ ਇਕੁਅਲ ਹੋ ਜਾਊਗਾ। ਤੂੰ ਸਾਰਿਆਂ ਦੇ ਵਿੱਚ ਮਾਲਿਕ ਨੂੰ ਦੇਖੇਗਾ। ਕਿਉਂ? ਕਿਉਂਕਿ ਖੇਲ ਹੀ ਮਾਲਿਕ ਰਿਹਾ ਹੈ। ਤੂੰ ਵੀ ਤੂੰ ਨਹੀਂ ਹੈਗਾ, ਮਾਲਿਕ ਹੀ ਹੈ। ਲੇਕਿਨ ਤੇਰੀ ਵਿਚਾਰਾਂ ਦੇ ਕਾਰਨ ਫਿਕਰ, ਟੈਨਸ਼ਨਾਂ, ਕ੍ਰੋਧ, ਕਾਮ, ਈਰਖਾ, ਇੱਕ ਦੂਸਰੇ ਦੇ ਵੈਰ ਵਿਰੋਧ, ਇਹਨਾਂ ਦੇ ਵਿੱਚ ਐਨ ਬੰਧਨਾਂ ਦੇ ਵਿੱਚ ਤੂੰ ਫਸ ਗਿਆ, ਜਿਹਦੇ ਕਰਕੇ ਕਿ ਤੈਨੂੰ ਅੰਮ੍ਰਿਤ ਰਸ ਨਹੀਂ ਆ ਰਿਹਾ, ਜਿਹਦੇ ਕਰਕੇ ਕਿ ਤੈਨੂੰ ਮਾਲਿਕ ਦੇ ਮੁਖ ਦੀ ਆਵਾਜ਼ ਨਹੀਂ ਸੁਣ ਰਹੀ। ਕਹਿੰਦੇ ਜੋ ਮਾਲਿਕ ਦੇ ਘਰ ਤੇ ਅਪਾਰ ਖਜ਼ਾਨਾ ਲੈ ਕੇ ਆਇਆ ਹੈ ਨਾ, ਇਹਦਾ ਤੈਨੂੰ ਇੱਕ ਸਵਾਸ ਦਾ ਹਿਸਾਬ ਦੇਣਾ ਪੜੂਗਾ। ਹੁਣ ਤੈਨੂੰ ਤਾਂ ਯਾਦ ਵੀ ਸੋਝੀ ਨਹੀਂ ਹੈਗੀ, ਤੈਨੂੰ ਇਤਨਾ ਵੀ ਯਾਦ ਨਹੀਂ ਹੈਗਾ ਕਿ ਤੈਨੇ ਆਪਣਾ ਖਜ਼ਾਨਾ ਕਿਨ ਕਿਨ ਹਟਾ ਤੋਂ ਵਿਅਰਥ ਗਵਾ ਦਿਆ। ਸਿਰਫ ਔਰ ਸਿਰਫ ਤੈਨੂੰ ਦ੍ਰਿੜ ਹੈ ਤਾਂ ਕੰਮ ਕਾਜ, ਔਰ ਉਸ ਕੰਮ ਕਾਜ ਨੂੰ ਜੋ ਥੱਲੇ ਚਲਾ ਜਾਵੇ तो भी इतने विचार तैयार हो जाने, जो ऊपर चला जावे ता भी विचार तैयार हो जाने। कहन तो भाव है कि तू दूसरा दी जिम्मेवारी ज्यादा लेना अपने आप तो अलावा, यानी तैने अपने आप की जिम्मेवारी उठानी है। क्योंकि सारिया दी जिम्मेवारी एक नजर मार के देखो, सारिया दी जिम्मेवारी लेने वाला बैठा साढ़े सर तो ऊपर, साढ़े जो सर ते ऊपर वाली जगह है अत्थे बैठा वो। तुसी की करी जांदे हो उन्हें सारा कुछ पता है। एक एक पल, एक एक सेकंड, एक एक छिन मात्र दा हिसाब है। लेकिन वो हिसाब हैगा कित्थे? वो कहने इत्थे सुनने दे विच हैगा सारा हिसाब। जो असी पिछला करके आए हैं वो भी इत्थे हैगा, और जो साने अगे नू भी अगे अगला भी सारा असी सुनने दे विच ही हैगा, किते होर नहीं हैगा। सारा खेल असी सुनने दे विच ही चल रहा। मालिक आप बैठ के उत्थे खेल देख रहा। और सारा मन इस बॉडी दे विच आके नाम दा बनज ना करदे होए, नाम दा व्यापार ना करदे होए इस माया दा व्यापार करन लगा, जिदे करके किया अथा दुखी है, इतना दुखी है ना। जिदे पास बहुत प्रॉपर्टी है वो भी रो रहा है, जिदे पास प्रॉपर्टी नहीं हैगी वो भी रो रहा है, जिदे पास बच्चे हैं वो भी रो रहा है, जिदे पास बच्चे नहीं है वो भी रो रहा है। वो कहते सारे ही रो रहे हैं। संसार च झाकी मार के देखो, किसी ਨੂੰ ਤਨ ਦਾ ਰੋਗ ਤੇ ਦੁਖੀ ਹੈ, ਕੋਈ ਪਰਿਵਾਰ ਤੇ ਦੁਖੀ ਹੈ, ਕੋਈ ਦੂਜਾ ਦੇ ਵਿਚਾਰਾਂ ਤੋਂ ਦੁਖੀ ਹੈ, ਕੋਈ प्रॉपर्टी घट गई उते दुखी है, कोई प्रॉपर्टी बढ़ गई उते दुखी है, सेट कैसे करा, कोई बच्चे कैसे सेट होंगे अगे उते दुखी है, मैंने अपनी लाइफ च पिछे की कर दिया उते दुखी है, मैनू हुण की करना चाहिए उते दुखी है। लो दुखी ही है। झाकी मार के देखो, जिहदे साथ थोड़ी देर 5-10 मिनट गलबात करो उन्हें अपना रोना शुरू कर देना। और उन्हें देखो बाहर ते अच्छे कपड़े पा रखे है, उहदे पास पैसे भी है, गड्डी भी है, बच्चे भी है, सारा कुछ है, उते बात करो ते उन्हें भी कुछ ना कुछ अपनी प्रॉब्लम बता देनी है, जी मैं इस करके दुखी हाँ। चलो कोई नहीं, फिर अगले ते मिलो, वो कहने जी मेरे पास तो कुछ हैगा नहीं, मैं इस करके दुखी हाँ। किसी ते अगे मिलो, जी मेरे पास बहुत कुछ हैगा, इन्हू बरतने वाला नहीं हैगा कोई, मैं इस करके दुखी हूं, है ना।
तो संसार दे विच देखो नजर मार के सारे ही दुखी हैं, पर सुखी कौन है? कहने जो तैनू जपन वाले हैं, जो तेरी नाम दी दात नू जपन वाले हैं, जिन्हां दे कोल तू है, जिन्हां दे हिरदे च तू बैठा है, कहने ओ सुखी है। सिर्फ और सिर्फ ओ सुखी है, बाकी सारा संसार दुखी है, सारा संसार। क्यों? क्योंकि मालिक ने जो माया नु ड्यूटी दी है वो बनने और बिनसने दी दी है। कहने तैने इन्हू इकट्ठा कर लिया। इकट्ठा कैसे करा? जो तेरे पास अनमोल स्वासा रूपी धन था, तेने हीरा तो कोयले खरीद ले। मत थोड़ी होने के कारण तेने स्वासा रूपी हीरे दे दे के अस काल नू ऐते कोयले खरीदे हैं, कूड़ा खरीदा है। यानी कूड़ राजा, कूड़ प्रजा, कूड़ सब संसार, सारा ही कूड़ा है। कूड़ा क्यों है? कूड़ा क्यों बोला है वाहिगुरु? एदी बरीकी नू पकड़ो। कोई भी चीज है जब उसकी टाइमिंग खत्म हो जाती है, वो नासवान हो जाती है, तो आप डस्टबिन के विच ही डाल दें ना, कूड़ा हो गई वो। भावें कितनी सुंदर चीज हो गई, हथे तक की जो अपनी बॉडी है इनू भी मिट्टी के विच ही मिला दिया जाता, आ भी कूड़ा ही है। कितने सोने सोने आकार दिखाई देने जो आप वरतने हैं, घरेलू चीजा जो भी कुछ हैगा, यूजफुल चीजा है ये, यूजफुल। और आप अनादि रजिस्ट्री कराने च लगे पड़े हैं, रजिस्ट्री करा लो अनादि। और आप आ नहीं देख रहे, अगला दी रजिस्ट्री कराने च लगे पड़े हैं। जो पिछला दी कराई थी उन्होंने टाइमिंग निकल गई, वो बिन्स के साफ हो गए, उन्होंने भी दुख सानू। अगले बन नहीं रहा कम, अगला इकट्ठा नहीं हो रहा, उदा भी दुख सानू। तो सारे दुख का कारण की बनी हुई है? माया। गुरु ग्रंथ साहब महाराज जी आ नहीं कहते कि तू कर्म ना करें, वो कहते तू कर्म कर, लेकिन उन्नू माया नु हिरदय च ना बसा। हिरदय च बसा केवल और केवल एक अकाल पुरख परमात्मा नु। जिस दिन तू अकाल पुरख परमात्मा नु हिरदय च बसाने च कामयाब हो गया, तू उस माया पर राज कर सकता है, एन पंजा पर राज कर सकता है। जो हुन तेनू चाकर बनाई फिरदे, अपना नौकर बना रखा, तेनू एक सेकंड की भी छुट्टी नहीं हैगी। कभी तेनू अथे ले जाएंगे, कभी उत्थे ले जाएंगे, कभी किसी था तो ले जाएंगे, कभी अथे तक की अगर तू दृष्टवान कम्मा तो भी बह गया ना, ते तेरे मन नू इन्हां ने सुखम च नहीं छड़ना। कभी किसी रिलेशन चले जाएंगे, कभी बिजनेस ही था तो ले जाएंगे, कभी बच्चा चले जाएंगे, कभी इन्हां ने छुड़ना ही नहीं है तेनू। चाहे तू शरीर तो करके बेला भी हो जावे, लेकिन इन्हां ने मन करके तेनू खाली नहीं हो देना, खाली नहीं रहन देना तेनू। क्यों? क्योंकि इन्हां ने तेनू बंधन पा रखे हैं, और इन्हां ने बंधन आप नहीं पाए, तू आप गया ना दे पास। ਹੁਣ ਵਾਹਿਗੁਰੂ ਆਪਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਗੁਰੂ ਨੂੰ ਇਤਨੇ ਪਿਆਰ ਦੇ ਨਾਲ ਦ੍ਰਿੜ ਕਰਨਾ ਹੈ। ਇੱਕ ਇੱਕ ਵਚਨ ਨੂੰ ਸਤ ਸਤ ਕਰਕੇ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ। ਔਰ ਬਹੁਤ ਹੀ ਸਤਿਕਾਰਯੋਗ ਗੁਰਮੁਖ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਵਾਲਾ, ਜਿਨ੍ਹਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰਬਾਣੀ ਗੁਰੂ ਦੇ ਵਿੱਚ ਪ੍ਰੈਕਟੀਕਲੀ ਗਿਆਨ ਖੋਜਾ, ਔਰ ਆਪਾਂ ਸਾਰਿਆਂ ਦੀ ਹੀ ਝੋਲੀ ਦੇ ਵਿੱਚ ਪਾ ਕੇ ਉਹ ਗਏ। ਤੇ ਗੁਰਮੁਖੋ ਉਹ ਗਿਆਨ ਨੂੰ ਆਪਾਂ ਨੇ ਬਹੁਤ ਹੀ ਪਿਆਰ ਦੇ ਨਾਲ ਦ੍ਰਿੜ ਕਰਦੇ ਹੋਏ ਤੇ ਕਮਾਨ ਦੇ ਜੋਗੇ ਬਣਨਾ ਹੈ ਕਿ ਅਸੀਂ ਉਹਨੂੰ ਕਮਾ ਵੀ ਸਕੇ, ਅਸੀਂ ਸੁਣ ਵੀ ਸਕੇ ਤੇ ਅਸੀਂ ਉਹਨੂੰ ਕਮਾ ਵੀ ਸਕੇ। ਆ ਦਾਤ ਵੀ ਮਾਲਿਕ ਤੋਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ, ਜੋ ਪ੍ਰਤੱਖ ਸਤਿਗੁਰੂ ਦਾ ਰੂਪ ਹਾਜ਼ਰ ਨਾਜ਼ਰ ਹੈ, ਉਹਨਾਂ ਤੋਂ ਆ ਦਾਤ ਵਾਰ-ਵਾਰ ਮੰਗਣੀ ਹੈ। ਕਿ ਸੱਚੇ ਪਾਤਸ਼ਾਹ ਜੇ ਤੁਸੀਂ ਸਾਨੂੰ ਆ ਗਿਆਨ ਦ੍ਰਿੜ ਕਰਾਉਂਦੇ ਹੋ ਤੇ ਸਾਡੀ ਬੇਨਤੀ ਹੈ ਕਿ ਆ ਸਾਡੇ ਹਿਰਦੈ ਚ ਵੀ ਬਸ ਸਕੇ, ਐਸੀ ਕਿਰਪਾ ਕਰੋ। ਜਬ ਆਪਾਂ ਬੇਨਤੀਆਂ ਅਰਦਾਸ ਵਾਹਿਗੁਰੂ, ਅਸੀਂ ਵਾਰ-ਵਾਰ ਗੁਰਬਾਣੀ ਗੁਰੂ ਨੂੰ ਤੁਕਾਂ ਨੂੰ ਵੀ ਲੈ ਲੈ ਕੇ ਕਥਾ ਵਿਚਾਰ ਹੋ ਸਕਦੀ ਹੈ, ਲੇਕਿਨ ਵਾਹਿਗੁਰੂ ਜੋ ਸਾਡੇ ਮਨ ਦੀ ਸਿਚੁਏਸ਼ਨ ਹੋਈ ਹੈ, ਜੋ ਬੇਸਿਕ ਸਾਡਾ ਢੰਗ ਵਿਗੜਾ ਹੋਇਆ ਹੈ, ਅਸੀਂ ਫਟਾਫਟ ਗੁਰਬਾਣੀ ਨੂੰ ਕੀ ਕਰਦੇ, ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਜੀ, ਪੜ੍ਹ ਕੇ ਉਹਨੂੰ अर्थ कढ़ने की कोशिश कर रहे हैं आप। पर वाहिगुरु एक बेनती है, गुरबाणी गुरु प्रैक्टिकली ज्ञान है, अवस्था का ज्ञान है। जब तक साढ़े मन की अवस्था नहीं बनती तब तक गुरबाणी गुरु सातों खुलती नहीं। फिर वो कहने पहले तुसी कमाओ,
ਗੁਰਸਿੱਖ ਬਣੋ, ਉਹਨਾਂ ਦੇ ਬਚਨਾਂ ਨੂੰ ਕਮਾਓ। ਉਹ ਸਭ ਤੋਂ ਪਹਿਲੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੁਝਾਅ ਦਿੰਦੇ ਕਿ ਸਭ ਤੋਂ ਪਹਿਲੇ ਸਿਮਰੋ। ਸਭ ਤੇ ਸਿਮਰਨੇ ਦੇ ਵੀ ਪਹਿਲੇ ਇੱਕ ਹੋਰ ਲੈਵਲ ਹੈਗਾ ਵਾਹਿਗੁਰੂ, ਜਿਸ ਲੈਵਲ ਦੇ ਵਿੱਚ ਆਪਾਂ ਨੇ ਪਰਹੇਜ਼ ਕਰਕੇ ਚੱਲਣਾ। ਉਹ ਹੈ ਕਿਸੇ ਦੀ ਨਿੰਦਾ ਚੁਗਲੀ ਨਹੀਂ ਆਪਾਂ ਨੇ ਕਰਨੀ, ਕਿਸੇ ਤੋਂ ਈਰਖਿਆ ਨਹੀਂ ਕਰਨੀ, ਬੈਰ ਵਿਰੋਧ ਨਹੀਂ ਕਰਨਾ। ਧਿਆਨ ਰੱਖਣਾ ਹੈ ਕਿ ਕਮ ਤੇ ਕਮ ਹੀ ਤ੍ਰੈ ਗੁਣਾ ਦੇ ਵਿਚਾਰ ਅਸੀਂ ਲੈਵੇਂ। ਵੱਧ ਤੋਂ ਵੱਧ ਕੋਸ਼ਿਸ਼ ਕਰੇ ਵਾਹਿਗੁਰੂ ਅਸੀਂ ਅਕਥ ਦੀ ਕਥਾ ਸੁਣੇ, ਕਵੀ ਸ੍ਰੀਆਂ ਸੁਣੇ, ਨਿਕਾਲ ਕੇ ਢਾਡੀ ਵਾਰਾਂ ਹੋ ਰਹੀਆਂ ਉਹਨਾਂ ਨੂੰ ਸੁਣੇ, ਉਹਨਾਂ ਤੇ ਮਨ ਵੀਰ ਰਸ ਦੇ ਵਿੱਚ ਆਉਂਦਾ ਹੈ, ਉਹਨਾਂ ਨੂੰ ਸੁਣੇ। ਔਰ ਕੀਰਤਨ ਸੁਣੇ ਤਾਂ ਕਿ ਮਨ ਵਿਰਾਗ ਦੇ ਵਿੱਚ ਠਹਿਰਾਵ ਦੇ ਵਿੱਚ ਆਵੇ, ਸਹਿਜ ਦੇ ਵਿੱਚ ਆਵੇ, ਵਿਰਾਗ ਦੇ ਵਿੱਚ ਚਲਾ ਜਾਵੇ। ਐਸਾ ਕੀਰਤਨ ਮਨ ਦੀ ਅਵਸਥਾ ਦੇ ਅਨੁਸਾਰ ਕੀਰਤਨ ਸੁਣੇ ਸਾਰੀਆਂ ਹੀ। ਕਿਉਂਕਿ ਦੇਖੋ ਵਾਹਿਗੁਰੂ, ਸਿਮਰਨ ਆਪਣੀ ਜਗ੍ਹਾ ਹੈ, ਕੀਰਤਨ ਵੀ है, ढाडी वारा भी है, अकथ कथा भी है, अगे गुज कथा भी है, वो सारे अपनी अपनी जगह है। लेकिन साने अपनी मन की अवस्था देखनी है। अगर साड़ा मन सहज ਦੇ ਵਿੱਚ ਨਹੀਂ ਆਉਂਦਾ, ਮਾਲਿਕ ਦੇ ਲਈ ਪ੍ਰੇਮ ਨਹੀਂ ਉਹਦੇ ਅੰਦਰ ਆ ਰਿਹਾ, ਤੇ ਆਪਣੀ ਅਵਸਥਾ ਦੇ ਅਨੁਸਾਰ ਕੀਰਤਨ ਲਾਓ, ਉਹਨੂੰ ਪਿਆਰ ਦੇ ਨਾਲ ਉਹਨੂੰ ਸੁਣੋ, ਉਹਦੇ ਵਿੱਚ ਥੋੜੇ ਮਨ ਦੀ ਕਹਾਣੀ ਮਿਲੂਗੀ, ਉਹਨੂੰ ਸੁਣੋ। ਉਹ ਕਹਿੰਦੇ ਵੀ ਸਾੜੀ ਬਾਤ ਕਰਦੀ ਹੈ ਗੁਰਬਾਣੀ ਦੀ। ਜਿਵੇਂ ਕਿ ਸਾਨੂੰ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰਨਾ ਨਹੀਂ ਆ ਰਿਹਾ, ਜਾਂ ਭਾਵੇਂ ਅਸੀਂ ਮਾਲਿਕ ਨੂੰ ਯਾਦ ਕਰ ਰਹੇ ਹੈ, ਸਤੋ ਸਾਡਾ ਪਰਿਵਾਰ ਹੱਸ ਰਿਹਾ ਹੈ ਦ੍ਰਿਸ਼ਟਮਾਨ ਰੂਪ ਦੇ ਵਿੱਚ, ਜਾਂ ਲੋਕ ਸਾਤੇ ਹੱਸ ਰਹੇ ਹੈ, ਤੇ ਗੁਰਬਾਣੀ ਗੁਰੂ ਦਾ ਸ਼ਬਦ ਲਾਓ, ਕਹਿੰਦੇ ਤੇਰੀ ਭਗਤ ਨਾ ਛੋਡੂ ਭਾਵੇਂ ਲੋਗ ਹੱਸੇ, ਚਰਨ ਕਮਲ ਤੇਰੇ ਹਿਰਦੈ ਵਸੈ। ਕਹਿੰਦੇ ਮੈਂ ਤੇਰੀ ਭਗਤ ਨਹੀਂ ਛੱਡਣੀ, ਤੇਰੀ ਭਗਤੀ ਨਹੀਂ ਛੁੱਟਣੀ, ਭਾਵੇਂ ਮੇਰੇ ਤੋਂ ਸੰਸਾਰ ਹੱਸੀ ਜਾਵੇ, ਮੈਨੂੰ ਕੋਈ ਫਰਕ ਨਹੀਂ ਪੜਦਾ ਮੇਰੇ ਮਾਲਿਕ। ਕਿਉਂਕਿ ਜੋ ਤੇਰੇ ਚਰਨ ਕਮਲ ਹੈ ਨਾ, ਜੋ ਤੇਰੇ ਮੁਖ ਦੀ ਆਵਾਜ਼ ਹੈ, ਮਾਲਿਕ ਦੇ ਚਰਨ ਕਮਲ ਹੈ ਅਨਹਦ ਬਾਣੀ। ਉਹ ਕਹਿੰਦੇ ਜੋ ਤੇਰੇ ਚਰਨਾਂ ਦੇ ਵਿੱਚ ਮੇਰਾ ਮਨ ਟਿਕਾ ਰਹੂਗਾ, ਕਿਉਂਕਿ ਤੇਰੇ ਜੋ ਚਰਨ ਹੈ ਮੇਰੇ ਹਿਰਦੈ ਚ ਬਸ ਗਏ। ਮੈਨੂੰ ਬਸ ਇਹਨਾਂ ਦਾ ਸਹਾਰਾ ਚਾਹੀਏ, ਮੈਨੂੰ ਸੰਸਾਰ ਦਾ ਸਹਾਰਾ ਨਹੀਂ ਚਾਹੀਏ ਮੇਰੇ ਮਾਲਿਕ। ਆਪਣੀ ਆਪਣੀ ਅਵਸਥਾ ਦੇ ਅਕੋਰਡਿੰਗ ਗੁਰਬਾਣੀ ਗੁਰੂ ਦੀ ਵਿਚਾਰ ਨੂੰ ਸੁਣਨਾ, ਕਿਉਂਕਿ ਜੈਸੀ ਸਾਡੇ ਮਨ ਦੀ ਅਵਸਥਾ ਹੋਊਗੀ ਉਹ ਗੁਰਬਾਣੀ ਸਾਨੂੰ ਵੈਸਾ ਹੀ ਕਰਕੇ ਸਮਝਾਊਗੀ। ਫਿਰ ਤੁਹਾਨੂੰ ਐਸਾ ਲੱਗੂਗਾ ਕਿ ਸਾਡੀ ਗੱਲਬਾਤ ਮਾਲਿਕ ਦੇ ਸਾਥ ਹੋ ਰਹੀ ਹੈ, ਅਸੀਂ ਮਾਲਿਕ ਨੂੰ ਬੋਲ ਰਹੇ ਸਾਰਾ ਕੁਝ। ਫਿਰ ਇਸ ਤਰੀਕੇ ਦੇ ਸਾਡਾ ਮਨ ਵਿਰਾਗ ਦੇ ਵਿੱਚ ਜਾਊਗਾ, ਸਹਿਜ ਚ ਜਾਊਗਾ, ਨਰਮਤਾ ਦਇਆ ਤੋਂ ਜਾਊਗਾ, ਸਦੋ ਗੁਣੀ ਹਟ ਤੋਂ ਵਿਚਰਨਾ ਸਿੱਖੂਗਾ। ਸਾਨੇ ਆਪਣਾ ਸਿਮਰਨ ਵੀ ਨਿਰੰਤਰ ਜਾਰੀ ਰੱਖਣਾ, ਮਾਲਿਕ ਨੂੰ ਬੇਨਤੀਆਂ ਕਰ ਕਰਕੇ। ਕਿਰਪਾ ਮਾਲਿਕ ਨੇ ਹੀ ਕਰਨੀ ਹੈ ਸਾਰੀ, ਕਿਉਂਕਿ ਅਸੀਂ ਆਪਣੀ ਕਿਰਿਆ ਕਲਾਪਾਂ ਤੋਂ ਮਾਲਿਕ ਨੂੰ ਪਾਣਾ ਚਾਹਵੇਂ ਇਹ ਹੋ ਨਹੀਂ ਸਕਦਾ। ਲੇਕਿਨ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਹੁਕਮ ਕਰਦੇ ਹੈ, ਤੇ ਆਪਾਂ ਉਹਨਾਂ ਤੋਂ ਮਿੰਨਤ ਜੋੜਨੀਆਂ ਕਰਨੀਆਂ ਹੈ ਕਿ ਸੱਚੇ ਪਾਤਸ਼ਾਹ ਜੋ ਵੀ ਗਿਆਨ ਤੁਸੀਂ ਦੇ ਰਹੇ ਹੋ, ਜੋ ਤੁਸੀਂ ਸਿਮਰਨ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਈ ਹੈ, ਤੇ ਅਕਾਲ ਪੁਰਖ ਪਰਮਾਤਮਾ ਅਸੀਂ ਇਹਨੂੰ ਕਮਾਉਣ ਜੋਗੇ ਹੋ ਜਾਵਾਂ। ਤੁਸੀਂ ਆਪ ਕਿਰਪਾ ਕਰੋ, ਆਪ ਜਪਾਓ। ਐਸਾ ਨਹੀਂ ਹੈਗਾ ਕਿ ਆਪਾਂ ਨੇ ਅੱਧਾ ਘੰਟਾ ਕਥਾ ਸੁਣ ਲਈ ਫੇਰ ਆਪਾਂ ਵਿਹਲੇ ਹੋ ਗਏ, ਫੇਰ ਲੱਗੇ ਦੂਜੇ ਕੰਮ ਤੇ। ਨਹੀਂ ਵਾਹਿਗੁਰੂ, ਕੰਮ ਕਾਜ ਵੀ ਘਰ ਪਰਿਵਾਰ ਦੇ ਕਰਨੇ ਹੈ, ਨਿਰੰਤਰ ਮਾਲਿਕ ਨੂੰ ਬੇਨਤੀ ਰੱਖਣੀ ਹੈ, ਤ੍ਰੈ ਗੁਣਾ ਦੇ ਵਿਚਾਰ ਨਹੀਂ ਸੁਣਨੇ। ਘਰ ਦੇ ਵਿੱਚ ਅਗਰ ਭਾਵੇਂ ਕੋਈ ਹੋਰ ਕਰੀ ਵੀ ਜਾਂਦਾ ਹੈ ਤੇ ਉਹਨਾਂ ਦਾ ਤਰਕ ਵਿਤਰਕ ਨਹੀਂ ਕਰਨਾ, ਕਿਉਂਕਿ ਉਹ ਵੀ ਇੱਕ ਕਾਲ ਦੀ ਸ਼ਰਾਰਤ ਹੁੰਦੀ ਹੈ। ਉਹਨਾਂ ਦੇ ਸਾਥ ਜ਼ਬਰਦਸਤੀ ਨਹੀਂ ਕਰਨੀ, ਨਹੀਂ, ਆਪਣਾ ਸਿਮਰਨ ਜਾਰੀ ਰੱਖਣਾ ਹੈ, ਮਾਲਿਕ ਨੂੰ ਬੇਨਤੀਆਂ ਅਰਦਾਸਾਂ ਜਾਰੀ ਰੱਖਣੀਆਂ ਹੈ। ਜਿਨ ਗੁਰਮੁਖਾਂ ਤੋਂ ਨਾਮ ਦੀ ਕਿਰਪਾ ਹੋਗੀ, ਉਹਨਾਂ ਨੇ ਨਿਰੰਤਰ ਕੋਸ਼ਿਸ਼ ਕਰਨੀ ਹੈ ਕਿ ਜਬ ਕੰਮ ਹੁੰਦਾ ਹੈ ਤੇ ਅਗਰ ਨਾਮ ਸੁਣਾਈ ਦਿੰਦਾ ਤੇ ਨਾਮ ਨੂੰ ਸੁਣਦੇ ਸੁਣਦੇ ਕਰੋ। ਅਗਰ ਨਾਮ ਨਹੀਂ ਉਸ ਟਾਈਮ ਸੁਣਦਾ ਤੇ ਵਾਹਿਗੁਰੂ ਗੁਰਮੰਤਰ ਦਾ ਰੱਖਿਆ ਚੱਕਰ ਆਪਣੇ ਚਾਰੋਂ ਤਰਫ ਬਣਾ ਲੈ। ਵਾਹਿਗੁਰੂ 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 ਵਾਹਿਗੁਰੂ, ਇਸ ਤਰੀਕੇ ਦੇ ਨਾਲ ਨਿਰੰਤਰ ਆਪਣਾ ਸਿਮਰਨ ਕਰੀ ਜਾਣਾ ਹੈ। ਔਰ ਸਿਮਰਨ ਕਰਦੇ ਇੱਕ ਚੀਜ਼ ਧਿਆਨ ਰਹੇ ਕਿ ਆਵਾਜ਼ ਫਿੱਕੀ ਐਵੇਂ ਵਿਅਰਥ ਨਾ ਨਿਕਲੀ ਜਾਵੇ। ਸਾਨੂੰ ਮਹਿਸੂਸ ਹੋਣਾ ਚਾਹੀਏ ਅਸੀਂ ਆਪਣੇ ਮਾਲਿਕ ਨੂੰ ਆਵਾਜ਼ ਲਗਾ ਰਹੇ, ਔਰ ਸਾਡਾ ਮਾਲਿਕ ਸਾਡੇ ਸਾਥ ਹੈ। ਉਹਨੇ ਸਾਨੂੰ ਉਹ ਨਜ਼ਰ ਨਹੀਂ ਆ ਰਿਹਾ ਤੇ ਅਸੀਂ ਉਹਨੂੰ ਆਵਾਜ਼ਾਂ ਮਾਰੀ ਜਾਏਂਗੇ। ਇੱਕ ਦਿਨ ਤਰਸ ਸਾਡੇ ਤੇ ਉਹ ਖਾਊਗਾ, ਕਪਾਟ ਖੋਲ ਦੂਗਾ ਤੇ ਸਾਨੂੰ ਆਪਣੇ ਘਰ ਦੇ ਵਿੱਚ ਬਿਠਾ ਲਊਗਾ, ਹੈ ਨਾ। ਕਿਉਂਕਿ ਮਾਲਿਕ ਦਾ ਆਪ ਦਾ ਸਰੂਪ ਦੇਖੋ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀ ਕਹੀ
कहने आद सच, मालिक सच है, धर्म है मालिक, थिर है मालिक, प्रकाश रूप है, दर्पण दी न्यायी है ना, थिर है वो, थिर सच है वो, सच। ਤੇ ਵਾਹਿਗੁਰੂ ਸੱਚ ਦੇ ਲਈ ਆਪਾਂ ਨੂੰ ਵੀ ਸੱਚੇ ਹੋਣਾ ਪੜੂਗਾ, ਤਾਂ ਹੀ ਤਾਂ ਆਪਾਂ ਉਹਦਾ ਰੂਪ ਹੋਏਗੇ, ਤਾਂ ਹੀ ਤਾਂ ਆਪਾਂ ਉਸ ਚ ਸਮਾਏਂਗੇ। ਜੇ ਆਪਣੇ ਵਿੱਚ ਮਿਲਾਵਟ ਹੋਊਗੀ ਤਾਂ ਫੇਰ ਨਹੀਂ ਆਪਾਂ ਉਹਦੇ ਘਰ ਜਾ ਕੇ ਬਹਿ ਸਕਦੇ, ਕਿਉਂਕਿ ਉਹਦੇ ਘਰ ਦੇ ਵਿੱਚ ਕੇਵਲ वो ही ਜਾ ਸਕਦਾ ਜੋ ਸੱਚਾ ਹੈ। ਝੂਠਾ ਤਾਂ ਮਾਇਆ ਦੇ ਏਰੀਏ ਚ ਰਹੂਗਾ, ਫਿਰ ਮਾਇਆ ਝੂਠੀ ਹੈ ਨਾ, ਝੂਠ ਤੋਂ ਭਾਵ ਹੈ ਬਿੰਸਣੇ ਵਾਲੀ ਹੈ। तो जिस मन ਦੇ ਵਿੱਚ ਕਪਟ, ਜਿਸ ਮਨ ਦੇ ਵਿੱਚ ਸੱਚਾਈ ਨਹੀਂ ਹੈਗੀ, ਉਹ ਵੀ ਬਿੰਸਦਾ ਹੀ ਰਹੂਗਾ, ਬਾਰੰਬਾਰ ਜੂਨੀਆਂ ਦੇ ਵਿੱਚ ਆਂਦਾ ਰਹੂਗਾ, ਬਾਰ-ਬਾਰ ਇੱਧਰ ਹੀ ਜੂਨੀਆਂ ਦੇ ਵਿੱਚ ਹੀ ਚੱਕਰ ਲਗਾਈ ਜਾਊਗਾ, ਹੈਨਾ। ਤੇ ਉਹ ਕਹਿੰਦੇ ਮਾਲਿਕ ਦੇ ਦਰ ਦੇ ਅੱਗੇ ਸੱਚੇ ਸੁੱਚੇ ਹੋਣਾ ਹੈ। ਸੱਚੇ ਸੁੱਚੇ ਦੇ ਭਾਵ ਹੁਣ ਕਹਿੰਦੇ ਜੀ ਕਿਸ ਤਰੀਕੇ ਤੇ ਹੋਣਾ ਹੈ। कहने दो भाव है कि जैसे भी ਅਸੀਂ ਹੈ, ਸਾਨੂੰ ਖੁਦ ਨੂੰ ਪਤਾ ਹੈ ਇਸ ਚੀਜ਼ ਦਾ ਕਿ ਅਸੀਂ कैसे हैं, ठीक है जी। तो ਅਸੀਂ ਮਾਲਿਕ ਨੂੰ, ਅਸੀਂ जैसे भी हैं ਮਾਲਿਕ ਨੂੰ ਸੌਂਪ ਦੇਣਾ ਕਿ ਵਾਹਿਗੁਰੂ ਅਸੀਂ जैसे भी है ना, ਹੁਣ जैसे भी है बस ਹੁਣ तेरे हैं। अगर अवगुणा ਦੇ ਬੇਅੰਤ ਅਵਗੁਣ ਸਾਡੇ ਅੰਦਰ ਹੈ, ਬਹੁਤ ਅਵਗੁਣ ਹੈ, ਤੇ ਵਾਹਿਗੁਰੂ ਤੂੰ ਗੁਣਾ ਦਾ ਸਾਗਰ ਹੈ, ਤੂੰ ਖਿਨ ਮਾਤਰ ਸਮੇਂ ਚ ਮੇਰਾ ਪਾਰ ਉਤਾਰਾ ਕਰ ਸਕਦਾ ਹੈ। ਇਸ ਤਰੀਕੇ ਤੇ ਸਾਨੂੰ ਮਾਲਿਕ ਨੂੰ ਵਾਰ-ਵਾਰ ਬੇਨਤੀਆਂ ਕਰਨੀਆਂ ਹੈ। ਵਾਹਿਗੁਰੂ ਮਾਲਿਕ ਨੇ ਸਾਨੂੰ ਘਰ ਤੇ ਨਹੀਂ ਕੱਢਾ, ਅਸੀਂ ਆਪ ਹੀ ਆਪਣੇ ਘਰ ਤੋਂ ਵਾਪਸ ਇੱਥੇ ਤ੍ਰੈ ਗੁਣਾ ਦੇ ਵਿੱਚ ਨੀਚੇ ਆ ਗਏ ਖੇਲ, ਔਰ ਤ੍ਰੈ ਗੁਣਾ ਦੇ ਵਿੱਚ ਆ ਕੇ ਵਾਪਸ ਆਪਣੇ ਘਰ ਨਹੀਂ ਗਏ। ਮਾਲਿਕ ਤਾਂ ਨਿਰੰਤਰ ਆਵਾਜ਼ ਲਗਾਈ ਜਾਂਦਾ, ਨਿਰੰਤਰ ਮਾਲਿਕ ਨੇ ਨਾਮ ਦਾ ਜਹਾਜ਼ ਦੇ ਰੱਖਾ, ਨਿਰੰਤਰ। ਅਸੀਂ ਨਹੀਂ ਉਸ ਚ ਜਹਾਜ਼ ਚ ਜਾ ਕੇ ਬੈਠੇ। ਮਾਲਿਕ ਤਾਂ ਕਹਿੰਦਾ ਕਿ ਥਿਰ ਘਰ ਦੇ ਵਿੱਚ ਆਓ, ਬਾਸਾ ਪਾਲੋ, ਸੁਖ ਮਹਿਲ ਦੇ ਵਿੱਚ ਆਓ, ਅਨਹਦ ਬਾਣੀ ਸੁਣੋ, ਨਾਦ ਸੁਣੋ, ਅੰਮ੍ਰਿਤ ਰਸ ਪੀਓ, ਆਪਣੇ ਘਰ ਆ ਜਾਓ, ਸੁਖ ਮਹਿਲ ਦੇ ਵਿੱਚ ਆ ਜਾਓ। ਕਿਉਂ ਥੱਲੇ ਡਿੱਗੇ ਫਿਰਦੇ ਹੋ, ਕਿਉਂ ਪਰੇਸ਼ਾਨ ਹੋਈ ਜਾਂਦੇ ਹੋ, ਉੱਪਰ ਆ ਜਾਓ, ਹੈਨਾ। ਤੇ ਸਾਨੂੰ ਤਾਂ ਇਹਨਾਂ ਪੰਜਾਂ ਨੇ ਐਸੇ ਬੰਧਨ ਪਾ ਰੱਖੇ ਕਿ ਅਗਰ ਅਸੀਂ ਛਾਲ ਵੀ ਮਾਰੇ ਇਹ ਸਾਨੂੰ ਨੀਚੇ ਨੂੰ ਖਿੱਚ ਲੈਂਦੇ, ਹੈਨਾ। ਤੇ ਹੁਣ ਆਪਾਂ ਨੂੰ ਕੱਢਣ ਦੇ ਲਈ ਸ਼ਬਦ ਸਾਡੇ ਕੰਨਾਂ ਦੇ ਵਿੱਚ ਚੱਲ ਰਿਹਾ ਹੈ। ਇੱਕ ਗੁਰਮੰਤਰ, ਜਿਨ੍ਹਾਂ ਨੂੰ ਸ਼ਬਦ ਦੀ ਕਿਰਪਾ ਨਹੀਂ ਹੋਈ, ਜਿਨ੍ਹਾਂ ਨੂੰ ਨਾਮ ਦੀ ਕਿਰਪਾ ਨਹੀਂ ਹੋਈ, ਉਹਨਾਂ ਦੇ ਪਾਸ ਗੁਰਮੰਤਰ ਹੈ। ਨਿਰੰਤਰ ਗੁਰਮੰਤਰ ਨੂੰ ਵੱਧ ਤੋਂ ਵੱਧ ਅਭਿਆਸ ਕਰਕੇ, ਇਹ ਪੰਜਾਂ ਦੇ ਨਾਲ ਯੁੱਧ ਕਰਕੇ ਚੌਥੇ ਪਦ ਦੇ ਵਿੱਚ ਜਾ ਕੇ ਬਹਿਣਾ ਹੈ। ਥਿਰ ਘਰ ਤੋਂ ਆਸਣ ਲਾਣਾ ਹੈ ਕਿ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇਹ ਸੁਣਨ ਮਾਤਰ ਗੱਲਾਂ ਨਹੀਂ ਹੈਗੀਆਂ, ਇਹ ਕਮਾਨੀਆਂ ਪੜੇਗੀਆਂ ਸਾਨੂੰ। और कमानियां कैसे पड़ेंगे? केवल और केवल प्रेम दे राही, भरोसे दे राही, भाव दे राही, केवल और केवल। होर कुछ भी नहीं करना हैगा। कम काज करो फटाफट, जितना कम करना खूब करो, बिजनेस भी खूब करो, लेकिन उन्नू एक नौकरी, एक शरीर की जरूरत नॉर्मल केवल उन्नू आ समझ के करना है। साने उन्नू ਉਹਦੇ ਵਿੱਚ ਇੰਟਰਫੇਅਰ ਨਹੀਂ ਕਰਨਾ, ਇੰਨਾ ਜ਼ਿਆਦਾ ਡਿਸਕਸ ਨਹੀਂ ਕਰਨਾ, ਐ ਕਰੂੰਗਾ ਫਿਰ ਉਸ ਤੋਂ ਅਗਲੇ ਸਾਲ ਆ ਕਰੂੰਗਾ, ਫਿਰ ਆ ਕਰ ਦੂੰਗਾ, ਆ ਕਰ ਦੂੰਗਾ, ਆ ਕਰ ਦੂੰਗਾ। ਉਹ ਕਹਿੰਦੇ ਉਹੀ ਤਾਂ ਵਿਚਾਰ ਹੈ। ਕਹਿੰਦੇ ਜੋ ਤੈਨੂੰ ਅੱਜ ਦਾ ਕਰਮ ਦਿਆ ਗਿਆ ਹੈ, ਤੂੰ ਇਹਨੂੰ ਸੋਚ ਸਮਝ ਕੇ ਮਾਲਿਕ ਦੇ ਹੁਕਮ ਦੇ ਵਿੱਚ ਰਹਿੰਦੇ ਹੋਇਆ ਕਰ, ਬਾਕੀ ਸਾਰੀ ਸੰਭਾਲ ਮਾਲਿਕ ਨੇ ਕਰਨੀ ਹੈ। ਕਹਿੰਦੇ ਤੇਰੇ ਜੈਸੇ ਭੂਪਤ ਤਾਂ ਦੁਨੀਆ 'ਚ ਕਿਤਨੇ ਆ ਕੇ ਚਲੇ ਗਏ, ਤੂੰ ਕਿਉਂ ਇਤਨੀ ਛਾਲਾ ਮਾਰੀ ਜਾਣਾ, ਇੱਧਰ ਭਾਗਦਾ ਉੱਧਰ ਭਾਗਦਾ। ਪੱਟੀ ਦਾ ਪੁਤਲਾ ਹੈ ਤੂੰ, ਇਹ ਆਪਣੀ ਲਿਮਿਟ 'ਚ ਰਹਿ। तू कुछ नहीं कर सकता, तेरी भूल है। मैं आ कर दूंगा, फिर मैं आ कर दूंगा। कहते तू तो एक श्वास भी नहीं ले सकता, जोन सा तेरे अंदर गया ना, बाहर नहीं कट सकता। मेरी इच्छा के अनुसार चल रहा है, मेरी इच्छा के अनुसार, मालिक दी इच्छा के अनुसार सारा खेल चल रहा है। आप मालिक दे हथ दी कठपुतली है। ये माटी का पुतला कैसे नचता है। माया आई तो गर्व करत है, गई माया तो रोबन लगत है। वो वृत्ति हो गई अपनी। अगर कुछ बढ़ गया तो वो मेरे जैसा तो कोई हैगा ही नहीं। मैंने देखो कितने डाउन लेवल से कितना हाई लेवल बना दिया। वो कहने तैने नहीं बनाया, सारा कुछ तेनू मालिक दे वल्लों दिया गया है, वरतने के लिए दिया गया है। क्योंकि तू धर्मशाला च आया होया है, धर्मशाला च तेनू ठहरने के लिए धर्मशाला दी गई, उत्थे सुख सहूलता दिया गया, आन जान के लिए घूमने के लिए वाहन भी दिया गया, पूंजी भी दी गई उत्थे व्यापार करने के लिए। क्योंकि तू घूमने आया ना इत्थे, हुण देख दे तू की खरीद के लेके जाना अदर ते।
ਕਹਿੰਦੇ ਰੋਜ਼ ਕੂੜਾ ਹੀ ਲੈ ਜਾਂਦਾ, ਰੋਜ਼ ਕੂੜਾ ਹੀ ਲੈ ਜਾਂਦਾ। ਪੂਰਾ ਦਿਨ ਅਨਮੋਲ ਖਜ਼ਾਨਾ ਸਵਾਸਾ ਰੂਪੀ ਧਨ ਕੂੜਾ ਹੀ ਖਰੀਦਦਾ ਰਹਿੰਦਾ। ਸਾਰਾ ਦਿਨ ਹੀਰਾ ਰੂਪੀ ਸਵਾਸਾ ਤੋਂ ਕੋयले कूड़ा खरीदा रहना। विख गंदगी तो रजा होया है। आ कर दूंगा, फिर आ कर दूंगा, मैं तो ऐसा करना था, मैंने तो ऐसा करना था, ऐसा नहीं होया। बड़ी कूड़ा ही खरीदी जाना, कूड़ा ही खरीदा जाना। कहने तेरे वर्गे, कहने यह भूपत सब दिन सचार के, कहने तेरे जैसे भूपत। वाहिगुरु। वाह गिरी, 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 वाह गिरी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਭ ਤੋਂ ਪਹਿਲਾ ਜੋ ਸਾਡਾ ਸਵਾਸਾ ਰੂਪੀ ਧਨ ਹੈ, ਇਹਦੀ ਸੰਭਾਲ ਦੱਸਦੇ ਹੈ। ਕਹਿੰਦੇ ਵੀ ਸਭ ਤੋਂ ਪਹਿਲਾਂ ਤੁਸੀਂ ਇਹਦੀ ਸੰਭਾਲ ਕਰਨੀ ਸਿੱਖੋ। ਜੋ ਆਪਾਂ ਵਿਅਰਥ ਹੀ ਇਹਨੂੰ ਪੰਜਾਂ ਦੇ ਲੜ ਲੱਗੇ, ਇਹਨੂੰ ਪੰਜਾਂ ਦੇ ਸੰਗ ਕਰਕੇ ਜੋ ਆਪਾਂ ਨੂੰ ਅਨਮੋਲ ਖਜ਼ਾਨਾ ਮਾਲਿਕ ਦੇ ਵੱਲੋਂ 84 ਲੱਖ ਜੂਨੀਆਂ ਤੋਂ ਬਾਅਦ ਮਾਨੁਖ ਦੇਹੀ, ਮਾਨੁਖ ਜਾਮਾ ਸਾਨੂੰ ਦਿਆ। ਅਕਾਲ ਪੁਰਖ ਪ੍ਰਮਾਤਮਾ ਨੂੰ ਮਿਲਣ ਦੀ ਵਾਰੀ, ਜੋ ਕਿ ਆਪਾਂ ਹੁਣ ਤੱਕ ਦਾ ਸਮੇਂ ਵੀ ਆਪਾਂ ਅਸ ਜਨਮ ਦੇ ਵਿੱਚ ਆਪਾਂ ਪਹਿਲੇ ਵੀ ਬਹੁਤ ਵਾਰ ਆ ਚੁੱਕੇ ਹਾਂ ਇੱਧਰ, ਪਹਿਲੀ ਵਾਰ ਨਹੀਂ ਆਏ। ਬਹੁਤ ਵਾਰ ਇੱਧਰ ਤੋਂ ਵਾਰ-ਵਾਰ ਬਾਜੀ ਹਾਰ ਕੇ ਮਾਇਆ ਦੇ ਬੰਧਨ ਦੇ ਵਿੱਚ ਪੈ ਕੇ ਵਾਰ-ਵਾਰ ਇੱਥੇ ਡਿੱਗੀ ਜਾਂਦੇ ਵਾਰ-ਵਾਰ। ਤੇ ਜੋ ਆਪਾਂ ਦੀ ਏਜ ਨਿਕਲ ਗਈ, ਆਪਾਂ ਨੂੰ ਸੱਚ ਦਾ ਗਿਆਨ, ਸੱਚ ਦਾ ਭੇਦ ਨਹੀਂ ਆਇਆ, ਉਹ ਆਪਣਾ ਵਿਅਰਥ ਹੀ ਖਜ਼ਾਨਾ ਚਲਾ ਗਿਆ। ਤੇ ਹੁਣ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੋਚੀਦੇ ਨੇ ਕਿ ਇਹਦੀ ਸੰਭਾਲ ਕਰੋ। ਕਹਿੰਦੇ ਜਦ ਲਾਸਟ ਟਾਈਮ ਜੇ ਅਸੀਂ ਉਹਦੀ ਸੰਭਾਲ ਨਹੀਂ ਕਰ ਪਾਏ ਤੇ ਸਾਤੇ ਇਹਦਾ ਇੱਕ ਦਾ ਹਿਸਾਬ ਲਿਆ ਜਾਣਾ ਹੈ। ਇਸ ਕਰਕੇ ਸਾਨੂੰ ਸੋਝੀ ਦੇਣੇ ਵਾਰ-ਵਾਰ, ਕਹਿੰਦੇ ਮਨ ਰਾਮ ਸਿਮਰ ਪਛਤਾਏਗਾ, ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈਕੇ ਜਾਏਗਾ, ਮਨ ਰਾਮ ਸਿਮਰ ਪਛਤਾਏਗਾ। ਕਹਿੰਦੇ ਤੈਨੂੰ ਪਛਤਾਵਾ ਬੜਾ ਹੋਊਗਾ, ਉੱਥੇ ਤੇਰਾ ਕੋਈ ਸੰਗੀ ਸਾਥੀ ਤੇਰੇ ਸਾਥ ਨਹੀਂ ਖੜਾ ਹੋਣਾ, ਸਭ ਥੱਲੇ ਹੀ ਰਹਿ ਜਾਏਂਗੇ। ਤੇਰੀ ਬੋਡੀ ਦਾ ਅੰਤਿਮ ਸੰਸਕਾਰ ਕਰਦੇ ਰਹਿ ਜਾਏਂਗੇ, ਤੈਨੂੰ ਲੈ ਜਾਏਂਗੇ ਉਹ ਪੰਜੋ। ਤੈਨੂੰ ਲਿਵ ਦਾਤ ਤੂੰ ਹੀ ਰਹਾ ਹੈ। ਕਹਿੰਦੇ ਦੋ ਰਸਤੇ ਹੈ, ਜੇ ਤੂੰ ਮਾਲਿਕ ਦੇ ਸਾਥ ਪ੍ਰੇਮ ਕਰ ਲਿਆ ਤੇ ਤੈਨੂੰ ਮਾਲਿਕ ਦੇ ਘਰ ਤੋਂ ਸਤਕਾਰ ਦੇ ਨਾਲ ਲਿਜਾਇਆ ਜਾਊਗਾ। ਤੂਰ ਵਜਾ ਕੇ ਤੇਰੀ ਸੁਰਤ ਨੂੰ ਵਿਆਹ ਕੇ ਮਾਲਿਕ ਲੈ ਕੇ ਜਾਏਂਗੇ, ਤੂਰ ਵਜਾ ਕੇ।
और चित्रगुप्त, धर्मराय सब ने तेरे अगे नतमस्तक होना है। सारिया ने ही तेरे लिए रास्ता खाली कर देना है कि पार ब्रह्म अकाल पुरख परमात्मा दा संगी आ रहा है। संगी अपनी बाजी अपना खेल जीत के आ रहा है काल तो। सत्कार करना है तेरा। हुण तेने अपना रास्ता देख लेना है कि तेने कौन से रास्ते ते चलना है, कि तेने लिव दे रास्ते ते मालिक दे घर जाना है या इन पंजा दे वस होके इत्थे ही माया दे गर्भ दे विच वार वार आना है। ते वाहिगुरु आपां सारे ही बहुत बहुत बड़भागी है जिन्हां नूं तन तन साहिब श्री गुरु ग्रंथ साहब महाराज गुरमत दे ज्ञान दे राही मालिक दे वल ਤੋਰ ਰਹੇ हैं। और सानू वार वार एक ही सोची दे रहे हैं कि अस जीवन दा लाहा खट लो, ए माया नू इकट्ठा करन च ना लगो। जरूरतां लायक जिन्नी एक जरूरत है उन्हें इस्तेमाल करो, कमाओ, कर्म भी करो, लेकिन सब तो पहला कर्म जो अकाल पुरख परमात्मा दे वल्लों जिस दे लई सानू आ मानुक देही दी गई है, वाहिगुरु गुरमंत्र नू जप जप के जिंदे जी मरना सीख लो, जो कि वार वार मरना ना पवे। ने ऐसी मरनी जो मरे बहुर ना मरना होए। कहने एक बार जिंदे जी मरना सीख लो, नाम दे राही मरना सीख लो, जो कि थानू वार वार ना मरना पवे। ते जिन गुरमुखां नू अकाल पुरख परमात्मा दे वल्लों नाम दा खजाना मिल गया, कहने वो बड़े भागा वाले हो गए, बहुत बड़े भागा वाले। कहने धुर करम पाया तुद जिनको सरनाम हर के लागे, कहो नानक तह सुख होआ तित घर अनहद बाजे। कहने वो तो बड़े भागा वाले हैं जिन्हां नू मालिक ने नाम दी दात ते साज निवाज दिया। ते गुरमुखो आपां सारियां ने ही वाहिगुरु गुरमंत्र नू वार वार दृढ़ करदे रहना है और अकाल पुरख परमात्मा तो बेनती अरदासा इतनियां करनियां है कि आप दी जो अंदर होमे है वो गवाच जावे, खत्म हो जावे। क्यों? क्योंकि फिर नाम बसूगा। कहने होमे नाम नाल विरोध है, दोए ना वसा इकठाए। कहने जब होमे चली जाओगी, बेनतियां कर करके अरदासा कर करके वाहिगुरु गुरमंत्र कर करके होमे चली जाओगी, ते फिर साढ़े हृदय च मालिक दी अनमोल दात नाम बसूगा, ਜਿਹਦੇ ਰਾਹੀ ਆਪਣਾ ਸਾਰਿਆਂ ਦਾ ਹੀ ਪਾਰ ਉਤਾਰਾ ਹੋਣਾ ਹੈ, ਜਿਹਦੇ ਉੱਪਰ ਕੀ ਸਾਨੂੰ ਆ ਸੁਖਮ ਤੇ ਦ੍ਰਿਸ਼ਟਮਾਨ ਆਕਾਰ ਮਿਲਾ ਹੋਇਆ ਹੈ, ਉਸ ਵਾਲਾ ਨਿਜ स्वरूप नाम। कल कथा विचार हुई थी, उदे विच एक क्वेश्चन था कि अपनी जो वाणी है, अपनी जो भाषा है वो है अनहद बाणी, उधर दी सुखम दी, ते अपना जो स्वरूप है वो है जोत स्वरूप। जिवें गुरबाणी गुरु कहने मन तू जोत स्वरूप है अपना मूल पछाण। वाहिगुरु इनू बरीकी नू समझण दी कोशिश करनी है। आपां देखो एक स्टेज तो जाके मालिक दी जो बाणी है वो की है अनहद बाणी मालिक दी, ठीक है जी। हुण जब आपां मालिक तो नहीं मिले, मालिक च जाके सुरत नहीं समाई, प्रकाश दे विच जाके नहीं समाई, थल्ले है, ठीक है जी। तो वो यूज करदी है अगन बिंब पौने की बाणी जो आपां दे मुख तो निकल रही है। फिर एनू यूज करदे करदे वाहिगुरु गुरमंत्र नू जपदे जपदे उस बाणी तक पहुंचदी है जो बाणी मालिक दे मुख दी बाणी है, ठीक है जी। जब उस बाणी तक पहुंचदी है ते फिर मन सुरत रूप हो गए, शब्द ते सुरत दा मेल हुंदा है। जब शब्द ते सुरत दा मेल हुंदा है ते शब्द सुरत नू अपने विच लैके और जिथे तो वो आवाज मालिक दे मुख ते आवाज निकल रही है, वो सुरत शब्द दे विच समा के उत्थे चली जांदी है, किथे मालिक दे विच चली जांदी है, ते उत्थे जाके शब्द जिथे मालिक दे मुख दे विच शब्द समा रहा है, ते जब सुरत शब्द दे विच जाऊगी उदे साथ अपना कनेक्शन करूगी ते वो भी जाके समा जाऊगी, किथे समा जाऊगी प्रकाश दे विच। उत्थे जाके उदा स्वरूप की हो गया, प्रकाश रूप हो गया। दूसरी स्टेज तो उदा रूप की हो गया, नाम हो गया, नाम सुखम मूरत नाम निरंजन काया का आकार। जब मालिक दे मुख तो बाहर आ गई ते ऐस सुरत दा रूप हो गया नाम। जब मालिक दे बिच पहुंच गई ते एदा स्वरूप हो गया प्रकाश, ठीक है जी। इस करके स्टेज बाई स्टेज फिर मालिक दे मुख तो थल्ले आई ते की आई तेरा मुख सुहावा जियो सहज धुन बाणी। मालिक दे मुख दी आवाज की है सहज धुन,
ਮਾਲਿਕ ਦੇ ਮੁਖ ਤੋਂ ਬਾਹਰ ਆਪਾਂ ਕਿਸ ਤਰੀਕੇ ਤੇ ਆਏ, ਨਾਮ ਰੂਪ ਹੋ ਕੇ ਆਏ। ਨਾਮ ਦੇ ਉੱਪਰ ਫਿਰ ਸਾਨੂੰ ਕੱਪੜਾ ਦਿਆ ਗਿਆ, ਸੁਖਮ ਮੂਰਤ ਦੀ ਗਈ, ਜਿਹਨੂੰ ਆਪਾਂ ਸਪਨਾ ਬੋਲਦੇ ਹਾਂ। ਸੁਖਮ ਮੂਰਤ, ਨਾਮ ਨਿਰੰਜਨ। ਫਿਰ ਉਹ ਕਹਿੰਦੇ ਉਸ ਤੋਂ ਬਾਅਦ ਕੌਣ ਸਾ ਕੱਪੜਾ ਦਿਆ ਗਿਆ, ਦ੍ਰਿਸ਼ਟਮਾਨ ਕੱਪੜਾ। ਆ ਸੁਖਮ ਔਰ ਦ੍ਰਿਸ਼ਟਮਾਨ ਕੱਪੜਾ ਸਾਨੂੰ ਤ੍ਰਿਲੋਕੀ ਦੇ ਵਿੱਚ, ਕਾਲ ਦੇ ਏਰੀਏ ਦੇ ਵਿੱਚ ਵਪਾਰ ਕਰਨ ਦੇ ਲਈ, ਨਾਮ ਦਾ ਹੁਕਮ ਦੇ ਰਾਹੀਂ ਵਪਾਰ ਕਰਨ ਦੇ ਲਈ ਦਿਆ ਗਿਆ ਹੈ। ਲੇਕਿਨ ਆਪਣਾ ਜੋ ਨਿਜ ਸਰੂਪ ਹੈ ਉਹ ਅਸੀਂ ਨਾਮ ਰੂਪ ਹੈ। ਨਾਮ ਤੋਂ ਬਾਅਦ ਜਬ ਨਾਮ ਰੂਪ ਹੋ ਕੇ ਸ਼ਬਦ ਸੁਰਤ ਦਾ ਮੇਲ ਹੋਇਆ ਤੇ ਜਾ ਕੇ ਸੁਰਤ ਮਾਲਿਕ ਦੇ ਵਿੱਚ ਸਮਾਈ ਤੇ ਉੱਥੇ ਜਾ ਕੇ ਹੋ ਗਿਆ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ। ਕਿਉਂਕਿ ਮਾਲਿਕ ਦੇ ਵਿੱਚ ਜਾ ਕੇ ਉਹ ਆਵਾਜ਼ ਸਮਾ ਰਹੀ ਹੈ, ਉੱਥੇ ਜਾ ਕੇ ਇਹ ਆਵਾਜ਼ ਵੀ ਨਹੀਂ ਹੈਗੀ, ਉੱਥੇ ਕੇਵਲ ਔਰ ਕੇਵਲ ਪ੍ਰਕਾਸ਼ ਹੀ ਪ੍ਰਕਾਸ਼ ਹੈ। ਮਾਲਿਕ ਹੀ ਮਾਲਿਕ ਹੈ, ਮਾਲਿਕ ਦਾ ਆਪ ਦਾ ਨਿਜ ਸਰੂਪ। ਇਸ ਕਰਕੇ ਜੋ ਬ੍ਰਹਮ ਗਿਆਨੀ ਦੀ ਅਵਸਥਾ ਲਿਖੀ ਗਈ, ਕਹਿੰਦੇ ਹਰ ਜਨ ਹਰ ਔਰ ਹਰ ਜਨ ਇੱਕ ਹੀ ਹੋ ਗਏ ਜਬ ਕਿ ਉਹਨਾਂ ਦੀ ਭਾਸ਼ਾ ਵੀ ਇੱਕ ਹੀ ਹੋ ਗਈ, ਬਾਣੀ ਵੀ ਉਹਨਾਂ ਦੀ ਇੱਕ ਹੀ ਹੋ ਗਈ। ਜਬ ਉੱਥੇ ਦੇ ਮਾਲਿਕ ਦੇ ਘਰ ਤੋਂ ਥੱਲੇ ਖੇਲਣੇ ਆਊਗਾ ਤੇ ਨਾਮ ਰੂਪ ਹੋਊਗਾ। ਪਹਿਲੇ ਸ਼ਬਦ ਸੁਰਤ ਨਾਮ ਰੂਪ ਹੋਊਗੀ, ਨਾਮ ਰੂਪ ਤੋਂ ਬਾਅਦ ਸੁਖਮ ਆਕਾਰ ਦਾ ਕੱਪੜਾ ਲਊਗੀ, ਸੁਖਮ ਆਕਾਰ ਤੋਂ ਬਾਅਦ ਦ੍ਰਿਸ਼ਟਮਾਨ ਆਕਾਰ ਦਾ ਕੱਪੜਾ ਲਊਗੀ, ਜਦ ਤ੍ਰਿਲੋਕੀ ਚ ਖੇਲੂਗੀ। ਆ ਆਪਣਾ ਖੇਲ ਹੈ ਮਾਲਿਕ ਦੇ ਵੱਲੋਂ ਜੋ ਸਾਜਾ ਗਿਆ ਹੈ। ਇਸ ਰਾਹੀਂ ਆਪਾਂ ਸਾਰੇ ਖੇਲ ਰਹੇ ਹਾਂ। ਤੇ ਗੁਰਮੁਖ ਪਿਆਰਿਓ, ਆਪਾਂ ਸਾਰਿਆਂ ਨੇ ਹੀ ਵਾਹਿਗੁਰੂ ਗੁਰਮੰਤਰ ਦੇ ਰਾਹੀਂ ਆਪਣੇ ਦ੍ਰਿਸ਼ਟਮਾਨ ਸਰੀਰ ਨੂੰ ਛੱਡਣਾ ਹੈ। ਮਾਲਿਕ ਨੇ ਕਿਰਪਾ ਕਰਨੀ, ਆਪਾਂ ਜ਼ੋਰ ਨਾਲ ਨਹੀਂ ਕੁਝ ਕਰ ਸਕਦੇ। ਤੇ ਜੋ ਜਹਾਜ਼ ਆਪਾਂ ਨੂੰ ਵਾਹਿਗੁਰੂ ਗੁਰਮੰਤਰ ਦਾ ਦਿਆ ਗਿਆ ਹੈ, ਇਹਦੇ ਰਾਹੀਂ ਆਪਾਂ ਨੇ ਪਾਉਣ ਦੇ ਵਿੱਚ ਸਮਾ ਕੇ ਸਿਮਰਨ ਕਰਨਾ ਹੈ, ਸੁਨ ਦੇ ਵਿੱਚ ਆਸਨ ਬੰਧਨਾ ਹੈ। ਉਸ ਤੋਂ ਬਾਅਦ ਸੁਨ ਦੇ ਵਿੱਚ ਮਾਲਿਕ ਦੇ ਮੁਖ ਦੀ ਆਵਾਜ਼ ਮਾਲਿਕ ਦੇ ਦਰ ਤੋਂ ਸੁਣਾਈ ਦੂਗੀ। ਫਿਰ ਆਪਾਂ ਨੇ ਪਿਆਰ ਦੇ ਸਾਥ ਉਸ ਆਵਾਜ਼ ਨੂੰ ਮਾਲਿਕ ਦੀ ਸੁਣ ਸੁਣ ਕੇ ਸੇਵਾ ਕਰਨੀ ਹੈ। ਫਿਰ ਉਸ ਤੋਂ ਬਾਅਦ ਹੁਕਮ ਨਾਮ ਰੂਪ ਹੋ ਕੇ ਫਿਰ ਕਹਿੰਦੇ ਸਹਿਜੇ ਹੀ ਹਰ ਨਾਮ ਸਮਾਏ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਨ ਸੁਨ ਹੋਵੇ ਪਰਮ ਗਤੀ ਹੋ ਰਹੀ ਹੈ ਨਾ ਮਨ ਦੀ, ਨੇ ਪਰਮ ਗਤ ਮੇਰੀ। ਕਹਿੰਦੇ ਫੇਰ ਮਨ ਦੀ ਸੁਰਤ ਰੂਪ ਹੋ ਕੇ ਜੋ ਸ਼ਬਦ ਜੋ ਉਹ ਸਾਊਂਡ ਆ ਰਿਹਾ ਹੈ ਉਹਦੇ ਵਿੱਚ ਸਮਾ ਕੇ ਮਾਲਿਕ ਦੇ ਘਰ ਚਲਾ ਜਾਣਾ ਹੈ ਇਹਨੇ। ਤੇ ਫਿਰ ਆਪਾਂ ਨੇ ਜ਼ੋਰ ਨਹੀਂ ਬਿਲਕੁਲ ਲਗਾਣਾ, ਬਸ ਜੋ ਵੀ ਜਿਸ ਵੀ ਅਵਸਥਾ 'ਚ ਬੈਠਾ ਮਿੰਨਤ ਜੋਦੜੀਆਂ ਕਰੀ ਜਾਓ। ਸਿਮਰਨ ਆਪਾਂ ਸਾਰਿਆਂ ਨੇ ਜਾਰੀ ਰੱਖਣਾ ਹੈ, ਵੱਧ ਤੋਂ ਵੱਧ। ਤ੍ਰੈ ਗੁਣਾ ਦੀ ਵਿਚਾਰ ਆਪਾਂ ਨੇ ਨਹੀਂ ਸੁਣਨੀ, ਨਾ ਹੀ ਕਰਨੀ, ਨਾ ਫੋਨ ਤੇ ਨਾ ਘਰ ਦੇ ਵਿੱਚ। ਜੇ ਅਗਲੇ ਕੋਈ ਕਰਦੇ ਵੀ ਹੈ ਤੇ ਥੋੜਾ ਪਾਸਾ ਲੈ ਲੈਣਾ ਹੈ, ਥੋੜਾ ਸਾਈਡ ਹੋ ਜਾਓ, ਆਪਣਾ ਸਿਮਰਨ ਜਾਰੀ ਆਪਾਂ ਸਾਰਿਆਂ ਨੇ ਰੱਖਣਾ ਹੈ। ਔਰ ਕੋਸ਼ਿਸ਼ ਕਰਨੀ ਹੈ ਕਿ ਹੁਣੇ ਜੋ ਨਵੀਂ ਸੰਗਤ ਹੈ ਉਹਨੂੰ ਤਾਂ ਘੱਟ ਦ੍ਰਿਸ਼ਟ ਕਰਨ ਦੀ ਵਿਧੀ ਸ਼ਾਇਦ ਹੁਣੇ ਨਾ ਲਗੇ। फिर भी अगर मालिक ने कृपा करनी है तो फिर तो जरूर लगो, क्योंकि जो मालिक अगर करे तो फिर वो कर ही दिंदा है, उस पर कोई किसी का वो नहीं हैगा, वो कुछ भी कर सकता है। ते कोशिश करनी है आपने घट दृष्ट करके विचरण दी, ताकि माया दा वार सातों कम होगा। ठीक है जी गुरमुखो। ते इन्नी क विचार वाहिगुरु धन धन साहिब श्री गुरु ग्रंथ साहब महाराज जी की गुरबाणी गुरु ਨੂੰ ਮੁੱਖ ਰੱਖਦੇ ਹੋਇਆ ਕੀਤੀ ਹੈ। ਆਪ ਜੀ ਦੇ ਸਨਮੁਖ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਉਹਨਾਂ ਦੀ ਬਾਣੀ ਨੂੰ ਵਿਚਾਰਦੇ ਹੋਏ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੇ ਵਚਨ ਘਟਵਦ ਅੱਗੇ ਪਿੱਛੇ ਬੋਲੇ ਜਾਂਦੇ ਹਨ। ਨਾਦਾਨ ਜਾਣ ਕੇ ਸੱਚੇ ਪਾਤਸ਼ਾਹ ਤੇ ਆਪ ਸਾਧ ਸੰਗਤ ਗੁਰੂ ਦਾ ਰੂਪ ਬਖਸ਼ਣ ਯੋਗ ਹੋ ਬਖਸ਼ ਦੇਣਾ ਗੁਰਮੁਖੋ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।